भी ਸੈਲੀਬ੍ਰਿਟੀ ਹੋ, ਤੁਹਾਡੇ ਸਪੁੱਤਰ ਵੀ ਸੈਲੀਬ੍ਰਿਟੀ ਨੇ। ਇਸ ਵਕਤ ਸੈਲੀਬ੍ਰਿਟੀ ਵਰਸਸ ਸੈਲੀਬ੍ਰਿਟੀ ਹੋਈ ਪਈ ਹੈ ਕਿ ਭਵਿੱਖ ਵਿੱਚ ਇੰਡੀਅਨ ਸੈਲੀਬ੍ਰਿਟੀ ਕੀ ਮੂੰਹ ਦਿਖਾਉਣ ਜੋਗੇ ਰਹਿ ਜਾਣਗੇ। ਇੱਕ ਬੋਤਲ ਸ਼ਰਾਬ ਦੀ ਤੇ ਫੀਮ ਤੇ ਭੁੱਕੀ ਪਿੱਛੇ ਆਪਾਂ ਵਿਕ ਕੇ ਵੋਟਾਂ ਪਾਈਆਂ, ਇਸ ਕਰਕੇ ਸਾਡਾ ਹਾਲ ਹੈ ਬੇਟਾ ਜੀ। ਇਹ ਬਿੱਲ ਪੰਜਾਬੀਆਂ ਦੇ ਸਮਝ ਨਹੀਂ ਆਏ, ਫਾਰਮਰ ਦੇ ਸਮਝ ਨਹੀਂ ਆਏ, ਸਿੱਖ ਕੌਮ ਦੇ ਸਮਝ ਨਹੀਂ ਆਏ, ਜੋ ਵੀ ਤੁਸੀਂ ਬੋਲ ਰਹੇ ਹੋ। ਕੀ ਸਾਰੇ ਹਿੰਦੁਸਤਾਨ ਨੂੰ ਇਹ ਬਿੱਲ ਸਮਝ ਨਹੀਂ ਆਏ? ਇੱਕ ਸ਼ਬਦ ਹੋਰ ਉਹਨਾਂ ਨੇ ਵਰਤਿਆ ਹੈ ਕਿ ਕੂੜ ਪ੍ਰਚਾਰ ਹੋ ਰਿਹਾ ਪੰਜਾਬੀਆਂ ਖਾਸ ਕਰ ਸਿੱਖਾਂ ਬਾਰੇ। ਕੀ ਪ੍ਰਧਾਨ ਮੰਤਰੀ ਕਿਤੇ ਨਾ ਕਿਤੇ ਅਚੇਤ ਰੂਪ 'ਚ ਸੱਚ ਤਾਂ ਨਹੀਂ ਬੋਲ ਗਏ ਕਿ ਇੱਕ ਵੱਡਾ ਹਿੱਸਾ ਜਿਹੜਾ ਹੈਗਾ ਮੀਡੀਆ ਦਾ, ਕਹਿ ਲਓ ਚਾਹੇ ਕੋਈ ਹਿੱਸਾ ਹੈ, ਉਹੀ ਕੂੜ ਪ੍ਰਚਾਰ ਕਰ ਰਿਹਾ, ਸੱਚਾਈ ਮੂੰਹ ਤੇ ਆਪਣੇ ਆਪ ਆ ਗਈ ਹੋਵੇ ਸ਼ਾਇਦ। ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਸਾਹਿਬ ਇਹਦਾ ਇਸ਼ਾਰਾ 26 ਜਨਵਰੀ ਵਾਲੇ ਲਾਲ ਕਿਲੇ ਦੇ ਘਟਨਾਕ੍ਰਮ ਨਾਲ ਤਾਂ ਨਹੀਂ ਜੋੜਦੇ? ਖੁਸ਼ ਨਸੀਬੀ ਹੈ ਹਿੰਦੁਸਤਾਨ ਦੀ, ਖੁਸ਼ ਨਸੀਬੀ ਹੈ ਇਸ ਦੁਨੀਆ ਦੀ ਕਿ ਇੱਥੇ ਸਿੱਖ ਕੌਮ ਜਿਉਂਦੀ ਹੈ। ਮੈਨੂੰ ਬੜਾ ਮਾਣ ਹੈ ਕਿ ਮੈਂ ਸਿੱਖ ਪਰਿਵਾਰ ਤੇ ਸਿੱਖ ਕੌਮ ਦੇ ਵਿੱਚ ਪੈਦਾ ਹੋਇਆ। ਪਰ ਪ੍ਰਧਾਨ ਮੰਤਰੀ ਸਾਹਿਬ ਮਨ ਕੀ ਬਾਤ ਕਹਿਣ ਦੇ ਆਦੀ ਨੇ। ਆਤਮਾ ਦੀ ਆਵਾਜ਼ ਜੇ ਸੁਣਦੇ ਹੁੰਦੇ ਤਾਂ ਇਸ ਤਰ੍ਹਾਂ ਦੇ ਵਿਵਾਦਤ ਆਰਡੀਨੈਂਸ ਜੋ ਬਾਅਦ ਚ ਬਿੱਲ ਬਣੇ ਤੇ ਮੁੜ ਕੇ ਰਾਸ਼ਟਰਪਤੀ ਸਾਹਿਬ ਦੀ ਮੋਹਰ ਤੋਂ ਬਾਅਦ ਸਤੰਬਰ ਦੇ ਵਿੱਚ ਉਹ ਕਾਨੂੰਨ ਬਣ ਗਏ, ਇਹ ਆਉਂਦੇ ਹੀ ਨਾ। ਮਨ 'ਚ ਖੋਟ ਹੈ, ਲੱਗਦਾ ਨਹੀਂ ਹੁਕਮਰਾਨ ਦੇ ਮਨ 'ਚ ਖੋਟ ਹੈ। ਪੰਜਾਬ ਨੂੰ ਜੇ ਕਦੇ ਨਜ਼ਰ ਲੱਗੀ ਹੈ ਕਿਸ ਨੇ ਲਾਈ? ਜੇ ਪੰਜਾਬ ਨਾਲ ਧੱਕਾ ਹੋਇਆ, ਪੰਜਾਬ ਨਾਲ ਧੋਖਾ ਹੋਇਆ, ਲੋਕਾਂ ਨੇ ਗੱਦਾਰੀ ਕੀਤੀ ਹੈ, ਸਾਡੇ ਆਪ ਦੇ ਲੋਕਾਂ ਨੇ, ਆਪ ਦੇ ਲੀਡਰਾਂ ਨੇ ਕੀਤੀ ਹੈ। ਜਦ ਸਾਡੇ ਪੰਜਾਬ ਦੇ ਲੀਡਰ ਜੇ ਉੱਥੇ ਬੈਠੇ ਸੀ ਤੇ ਫਿਰ ਉਦੋਂ ਕਿਉਂ ਨਾ ਬੋਲੇ? ਉਦੋਂ ਫਿਰ ਸਭ ਨੇ ਸਾਈਨ ਕਿਉਂ ਕੀਤੇ? ਜਦ ਸਾਈਨ ਸਾਰਿਆਂ ਨੇ ਕਰਤੇ ਤੇ ਫਿਰ ਸੈਂਟਰ ਸਰਕਾਰ ਵੀ ਦੱਸੋ ਕੀ ਕਰੇ? ਜੇ ਮੈਂ ਤਾਂ ਹੁੰਦਾ ਸੀਐਮ ਔਰ ਮੇਰੇ ਹੱਥ ਸੱਤਾ ਹੁੰਦੀ, ਮੈਂ ਦੇਖਦਾ ਬਿੱਲ ਕਿਵੇਂ ਪਾਸ ਹੁੰਦਾ, ਭਾਵੇਂ ਮੈਨੂੰ ਉੱਥੇ ਖੜ ਕੇ ਪਾਰਲੀਮੈਂਟ ਦੇ ਵਿੱਚ ਇਹ ਰੌਲਾ ਪਾਉਣਾ ਪੈਂਦਾ ਕਿ ਨਹੀਂ ਇਹ ਗਲਤ ਹੈ ਕਿ ਝੂਠ ਹੈ। ਜੋ ਹਿੰਦੁਸਤਾਨ ਦੀ ਗੱਲ ਕਰਦਾ ਉਹਨੂੰ ਕਹਿੰਦੇ ਇਹ ਕਾਮਰੇਡ ਹੈ, ਇਹ ਭਾਜਪਾ ਦੀ ਬੋਲੀ ਬੋਲਦਾ ਹੈ, ਕਾਮਰੇਡਾਂ ਦੀ ਬੋਲੀ ਬੋਲਦਾ ਹੈ। ਜੋ ਤਿਰੰਗੇ ਦੀ ਗੱਲ ਨਹੀਂ ਕਰਦਾ, ਜੋ ਕੇਸਰੀ ਨਿਸ਼ਾਨ ਸਾਹਿਬ ਦੀ ਗੱਲ ਕਰਦਾ ਜਾਂ ਪੰਜਾਬ ਦੀ ਗੱਲ ਕਰਦਾ ਹੈ, ਉਹਨੂੰ ਉਹ ਕਹਿ ਦਿੰਦੇ ਨੇ ਇਹ ਖਾਲਿਸਤਾਨੀ ਹੈ। ਸਚਿਨ ਉਹਨਾਂ ਨੇ ਟਵੀਟ ਕੀਤੇ ਨੇ, ਹੋਰਾਂ ਨੇ ਕੀਤੇ ਨੇ, ਕਿਸੇ ਨੇ ਐਮੀਕੇਬਲ ਹੱਲ ਕਿਹਾ, ਯੁਵਰਾਜ ਉਹਨਾਂ ਨੇ ਟਵੀਟ ਕੀਤਾ, ਉਹਨਾਂ ਨੇ ਪੀਸਫੁਲ ਹੱਲ ਦੀ ਉਮੀਦ ਰੱਖੀ ਹੈ। ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਹੱਲ ਹੋ ਸਕਦਾ ਹੈ, ਹੋਣਾ ਚਾਹੀਦਾ ਹੈ, ਜਾਂ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਹੱਲ ਹੋਣ ਦੀ ਉਮੀਦ ਲੱਗ ਰਹੀ ਹੈ? ਸਾਡੇ ਮਹਿਮਾਨ ਜੋ ਹੁੰਦੇ ਨੇ ਉਹਨਾਂ ਤੋਂ ਅਸੀਂ ਤਵੱਕੋ ਹਮੇਸ਼ਾ ਇਹੀ ਕਰਦੇ ਹਾਂ ਕਿ ਉਹ ਇੰਨੀਆਂ ਕੁ ਰੌਚਕ ਅਤੇ ਦਿਲਟਮੂਵੀਆਂ ਗੱਲਾਂ ਕਰਨ ਕਿ ਜਦੋਂ ਕੋਈ ਵਿਅਕਤੀ ਵਿਸ਼ੇਸ਼ ਆਪਣੇ ਫੋਨ ਦਾ ਕੀਮਤੀ ਡਾਟਾ ਯੂਜ਼ ਕਰਨ ਵਾਸਤੇ ਉਹ ਇੰਟਰਵਿਊ ਸ਼ੁਰੂ ਕਰਨ ਦੀ ਸੋਚਦਾ ਹੈ ਤਾਂ ਉਹ ਗਦਗਦ ਹੋ ਕੇ ਉੱਠੇ। ਬਾਅਦ 'ਚ ਉਸ ਨੂੰ ਆਪਣੇ ਮਤਲਬ ਦੀ ਗੱਲ ਵੀ ਲੱਭ ਜੇ, ਉਸ ਨੂੰ ਲੁਕਾਈ ਦੇ ਫਿਕਰ ਕਰਨ ਵਾਲੀ ਗੱਲ ਵੀ ਲੱਭ ਜੇ। ਅਜਿਹੇ ਮਹਿਮਾਨ ਅੱਜ ਸਾਡੇ ਨਾਲ ਬਣੇ ਹੋਏ ਨੇ, ਜਿਸ ਕਰਕੇ ਅਸੀਂ ਆਪਣੇ ਆਪ ਨੂੰ ਚੰਗੇ ਭਾਗੀ ਮਹਿਸੂਸ ਕਰਦੇ ਹਾਂ। ਮੇਰੇ ਨਾਲ ਨੇ ਨਾਮਵਰ ਕ੍ਰਿਕਟਰ ਅਤੇ ਅਦਾਕਾਰ ਯੋਗਰਾਜ ਸਿੰਘ ਜੀ। ਸਤਿ ਸ਼੍ਰੀ ਅਕਾਲ ਸਰ। ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ। ਸਰ ਗੱਲ ਇਹ ਹੈ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ 2.5 ਮਹੀਨਿਆਂ ਦੇ ਕਿਸਾਨ ਅੰਦੋਲਨ ਜੋ ਕਿ ਸੜਕਾਂ 'ਤੇ ਚੱਲ ਰਿਹਾ ਹੈ, ਉਸ ਤੋਂ ਬਾਅਦ ਅੱਜ ਜ਼ੁਬਾਨ ਖੋਲ੍ਹੀ ਹੈ। ਰਾਜ ਸਭਾ 'ਚ ਉਹਨਾਂ ਨੇ ਆਪਣੇ ਭਾਸ਼ਣ 'ਚ ਕਿਹਾ ਹੈ ਕਿ ਦੇਸ਼ ਨੂੰ ਸਿੱਖਾਂ 'ਤੇ ਮਾਣ ਹੈ। ਪਰ ਨਾਲ ਹੀ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਕਿ ਉਹਨਾਂ ਨੇ ਵੀ ਪੰਜਾਬ ਦੀ ਰੋਟੀ ਖਾਧੀ ਆ, ਪੰਜਾਬ 'ਚ ਰਹੇ ਨੇ, ਐਮਰਜੈਂਸੀ 'ਚ ਵੀ ਰਹੇ ਨੇ, ਉਹ ਪੰਜਾਬ ਭਾਜਪਾ ਦੇ ਇੰਚਾਰਜ ਵੀ ਸੀ। ਇਹ ਮੈਂ ਆਪਣੇ ਵੱਲੋਂ ਜਾਣਕਾਰੀ ਜੋੜਦਿਆਂ ਨਾਲ, ਪਰ ਸਿੱਖਾਂ ਦੇ ਮਨ ਦੇ ਵਿੱਚ ਲੋਕ ਗਲਤ ਗੱਲਾਂ ਪਾ ਰਹੇ ਨੇ, ਉਹਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜਿਸ ਧਰਤੀ ਨੂੰ, ਜਿਸ ਕੌਮ ਨੂੰ ਗੁਰੂਆਂ ਪੀਰਾਂ ਦੀ ਜਿਹੜਾ ਹੈਗਾ ਆਸ਼ੀਰਵਾਦ ਹੋਏ, ਉਸ ਦੇ ਬਾਰੇ ਕੀ ਇੰਨੀ ਬਚਕਾਨਾ ਗੱਲ ਮੰਨੀ ਜਾ ਸਕਦੀ ਹੈ ਕਿ ਉਹਦੇ ਦਿਮਾਗ 'ਚ ਕੋਈ ਗਲਤ ਗੱਲ ਪਾ ਕੇ ਉਹਨੂੰ ਪੁੱਠੇ ਰਾਹ ਤੋਰ ਸਕਦਾ ਦੇਸ਼ ਦੇ ਕੌਮ ਨੂੰ ਬਚਾਉਣ ਵਾਲੀ ਅਜਿਹੀ ਕੌਮੀਅਤ ਬਾਰੇ? ਪਹਿਲੀ ਗੱਲ ਤਾਂ ਇਹ ਕਿ ਆਨਰੇਬਲ ਪ੍ਰਧਾਨ ਮੰਤਰੀ ਜੀ, ਸ਼ਾਇਦ ਤੁਸੀਂ ਸਿੱਖ ਹਿਸਟਰੀ ਨੂੰ ਡੀਪ ਤਰੀਕੇ ਨਾਲ ਨਹੀਂ ਪੜ੍ਹਿਆ, ਔਰ ਸ਼ਾਇਦ ਤੁਸੀਂ ਗੁਰੂਆਂ ਪੀਰਾਂ ਨੂੰ ਵੀ ਗਹਿਰਾਈ ਨਾਲ ਨਹੀਂ ਪੜ੍ਹਿਆ। ਸਿੱਖ ਕੌਮ, ਪੰਜਾਬੀ, ਇਹ ਕੌਮ ਇਸ ਕਰਕੇ ਬਣਾਈ ਗਈ ਸੀ ਆਨਰੇਬਲ ਪ੍ਰਧਾਨ ਮੰਤਰੀ ਜੀ ਕਿ ਆਪਾਂ ਨੂੰ ਮੁਗਲਾਂ ਤੋਂ ਛੁਟਕਾਰਾ ਦਿਵਾਉਣ ਵਾਸਤੇ ਕਿਹੋ ਜਿਹੀ ਫੌਜ, ਕਿਹੋ ਜਿਹੀ ਅਕਾਲ ਪੁਰਖ ਦੀ ਫੌਜ ਚਾਹੀਦੀ ਸੀ ਜਿਹੜੀ ਕਿ ਮੁਗਲਾਂ ਦੇ ਨਾਲ ਜਿਹੜੇ ਉਹ ਜ਼ੁਲਮ ਆਪਣੇ ਨਾਲ ਕਰ ਰਹੇ ਸੀ ਸਾਰਿਆਂ ਨਾਲ, ਉਸ ਤੋਂ ਛੁਟਕਾਰਾ ਦਿਵਾਉਣ ਲਈ ਇੱਕ ਬੱਬਰ ਸ਼ੇਰ ਕੌਮ ਬਣਾਈ ਸੀ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਸ਼ੀਰਵਾਦ ਅਤੇ ਅਕਾਲ ਪੁਰਖ ਦੀ ਫੌਜ ਕਿਹਾ ਜਾਂਦਾ। ਸਿੱਖ ਕੌਮ ਇੱਕ ਐਸੀ ਕੌਮ ਹੈ ਆਪਣਾ ਸਾਰਾ ਕੁਝ ਦਾਅ 'ਤੇ ਲਾ ਕੇ ਦੂਜਿਆਂ ਦਾ ਭਲਾ ਕਰਨ ਵਾਲੀ ਹੈ। ਇਸ ਦੇਸ਼ ਦੀ ਤੁਸੀਂ ਹਿਸਟਰੀ ਪੜ੍ਹ ਕੇ ਦੇਖੋ ਤਾਂ ਤੁਹਾਨੂੰ ਮਹਿਸੂਸ ਹੋਊਗਾ, ਪਤਾ ਲੱਗੂਗਾ ਕਿ 90% ਤੋਂ ਜ਼ਿਆਦਾ ਬਹੁਤ ਸਾਲ ਗਜਨੀ ਤੋਂ ਲੈ ਕੇ
ਫਿਰ ਆਪਾਂ ਔਰੰਗਜ਼ੇਬ ਤੱਕ, ਫਿਰ ਅੰਗਰੇਜ਼ਾਂ ਤੱਕ ਇਹ ਸ਼ਹਾਦਤਾਂ ਪੰਜਾਬੀ ਲੋਕ ਦਿੰਦੇ ਹੈ, ਜਿਹਦੇ ਵਿੱਚ ਸਾਰੇ ਧਰਮਾਂ ਦੇ ਤੇ ਸਾਰੇ ਵਰਗ ਦੇ ਲੋਕ ਸੀ। ਇਹ ਫੌਜ ਇਸ ਕਰਕੇ ਬਣਾਈ ਸੀ ਕਿ ਜ਼ੁਲਮ ਦਾ ਟਾਕਰਾ ਕਰਨਾ ਹੈ, ਜਿਨ੍ਹਾਂ ਨੂੰ ਆਪਾਂ ਸਿੱਖ ਫੌਜ ਕਹਿੰਦੇ ਹਾਂ। ਸਿੱਖ ਦਾ ਮਤਲਬ ਹੁੰਦਾ ਹੈ ਜਿਹੜਾ ਆਪਣੇ ਗੁਰੂ ਦੀ ਸਿੱਖਿਆ ਤੇ ਚੱਲੇ, ਉਹਨੂੰ ਸਿੱਖ ਕਹਿੰਦੇ ਨੇ। ਸਿੰਘ ਕਹਿੰਦੇ ਨੇ ਜਿਹੜਾ ਸ਼ੇਰ ਵਰਗਾ ਜਿਗਰਾ ਰੱਖਦਾ ਹੋਵੇ, ਤਕੜਾ ਦਲੇਰ ਹੋਵੇ, ਮੌਤ ਤੋਂ ਨਾ ਡਰਦਾ ਹੋਵੇ। ਖਾਲਸਾ ਕਹਿੰਦੇ ਨੇ ਪਿਓਰ ਸੋਲ, ਜਿਹੜੀ ਪਰਮਾਤਮਾ ਵਰਗੀ ਆਤਮਾ ਹੋਵੇ, ਉਹਨੂੰ ਖਾਲਸਾ ਕਿਹਾ ਜਾਂਦਾ। ਇਹ ਤਿੰਨ ਚੀਜ਼ਾਂ ਨੂੰ ਮਿਲਾ ਕੇ ਇੱਕ ਐਸੀ ਕੌਮ ਬਣਾਈ ਜਿਨ੍ਹਾਂ ਨੇ ਮੁਗਲਾਂ ਦੀ ਜੜ ਪੁੱਟ ਕੇ ਹਿੰਦੁਸਤਾਨ ਤੋਂ ਬਾਹਰ ਸੁੱਟਦੀ। ਇਹ ਠੀਕ ਹੈ ਜੀ ਗੱਲ। ਅੰਗਰੇਜ਼ ਆਏ, 150-200 ਸਾਲ ਅੰਗਰੇਜ਼ਾਂ ਨੇ ਰਾਜ ਕੀਤਾ। ਉਹਨਾਂ ਦੀ ਜੜ ਪੁੱਟਣ ਵਾਸਤੇ, ਉਹਨਾਂ ਨੂੰ ਭਜਾਉਣ ਵਾਸਤੇ ਸਿੱਖਾਂ ਦਾ, ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਸਿੱਖ ਕੌਮ ਤੁਹਾਡੇ ਲਈ ਮਰ ਸਕਦੀ ਹੈ ਪ੍ਰਧਾਨ ਮੰਤਰੀ ਜੀ, ਤੁਹਾਡੇ ਲਈ ਸ਼ਹੀਦ ਹੋ ਸਕਦੀ ਹੈ, ਧਰਮਾਂ ਵਾਸਤੇ ਆਪਣੇ ਬੰਦ ਕਟਵਾ ਸਕਦੀ ਹੈ, ਆਪਣੇ ਬੱਚੇ, ਆਪਣੇ ਮਾਂ-ਬਾਪ, ਆਪਣੇ ਸਭ ਕੁਝ ਕੁਰਬਾਨ ਕਰ ਸਕਦੀ ਹੈ। ਸ਼ਾਇਦ ਤੁਸੀਂ ਥੋੜ੍ਹਾ ਜਿਹਾ ਮਾਈਨਿਊਟਲੀ ਪੜ੍ਹੋ, ਔਰ ਇਹਨਾਂ ਨੂੰ ਜ਼ਿੰਦਗੀ 'ਚ ਕੋਈ ਬੰਦਾ ਭੜਕਾ ਨਹੀਂ ਸਕਦਾ। ਜਿਹੜੀ ਕੌਮ 550 ਸਾਲ ਲਾ ਕੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਇਸ ਕੌਮ ਦੀ ਸਾਜਨਾ ਕੀਤੀ ਹੋਵੇ, ਉਸ ਕੌਮ ਨੂੰ ਕੌਣ ਭੜਕਾ ਸਕਦਾ ਜਿਹੜਾ ਆਪਣੇ ਗੁਰੂਆਂ ਪੀਰਾਂ ਦੇ ਕਹਿਣ ਤੇ ਚੱਲਦੀ ਕੌਮ ਹੋਵੇ। ਖੁਸ਼ ਨਸੀਬੀ ਹੈ ਹਿੰਦੁਸਤਾਨ ਦੀ, ਖੁਸ਼ ਨਸੀਬੀ ਹੈ ਇਸ ਦੁਨੀਆ ਦੀ ਕਿ ਇੱਥੇ ਸਿੱਖ ਕੌਮ ਜਿਉਂਦੀ ਹੈ। ਮੈਨੂੰ ਬੜਾ ਮਾਣ ਹੈ ਕਿ ਮੈਂ ਸਿੱਖ ਪਰਿਵਾਰ ਤੇ ਸਿੱਖ ਕੌਮ ਦੇ ਵਿੱਚ ਪੈਦਾ ਹੋਇਆ। ਦੁਬਾਰਾ ਜ਼ਰੂਰ ਪੜ੍ਹਨਾ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਤੁਸੀਂ ਸਾਡੇ ਆਨਰੇਬਲ ਪ੍ਰਧਾਨ ਮੰਤਰੀ ਹੋ, ਤੁਸੀਂ ਦੁਬਾਰਾ ਇਹਨੂੰ ਪੜ੍ਹਨਾ ਔਰ ਤੁਹਾਨੂੰ ਮਹਿਸੂਸ ਹੋਊਗਾ ਕਿ ਜੋ ਤੁਸੀਂ ਅਲਫਾਜ਼ ਬੋਲੇ ਹੈ ਕਿ ਲੋਕ ਪੜ੍ਹਾ ਰਹੇ ਹੈ, ਉਹ ਮੈਨੂੰ ਲੱਗਦਾ ਕਿ ਉਹ ਸ਼ਾਇਦ ਉਹ ਗਲਤ ਨੇ। ਤੁਸੀਂ ਦੁਬਾਰਾ ਇਹਨਾਂ ਨੂੰ ਆਪਣੀ ਹਿੱਕ ਨਾਲ ਲਾਓ, ਇੱਕ ਵਾਰੀ ਮਾਰਚ ਕਰੋ ਇਕੱਲੇ ਆ ਕੇ। ਤੁਸੀਂ ਰਹਿਨੁਮਾ ਹੋ, ਤੁਸੀਂ ਤਖਤ ਤਾਜ ਦੇ ਮਾਲਕ ਹੋ, ਤੁਸੀਂ ਟਿਕਰੀ ਬਾਰਡਰ, ਸ਼ੰਭੂ ਬਾਰਡਰ, ਦੂਜੇ ਬਾਰਡਰ, ਜਿੰਨੇ ਬਾਰਡਰ ਨੇ, ਇੱਕ ਵਾਰੀ ਪੈਦਲ ਚੱਲ ਕੇ ਤੁਸੀਂ ਇਹਨਾਂ ਕਿਸਾਨਾਂ ਨੂੰ ਦੇਖੋ। ਸ਼ਾਇਦ ਜ਼ਿੰਦਗੀ 'ਚ ਤੁਹਾਡੀ ਸੋਚ ਬਦਲ ਜਾਏਗੀ, ਕਿਉਂਕਿ ਇੰਨੇ ਮੁਹੱਬਤ ਤੇ ਪਿਆਰ ਦੇ ਭਰੇ ਨੇ। ਇਹ ਤੁਹਾਡੀ ਇੱਕ ਆਵਾਜ਼ ਤੇ ਆਪਣੀ ਜ਼ਿੰਦਗੀ ਵੀ ਦੇ ਦੇਣਗੇ, ਲੇਕਿਨ ਜੋ ਇਹਨਾਂ ਦੇ ਹੱਕ ਨੇ ਉਹਨੇ ਪਿਤਾ ਤੋਂ ਹੀ ਮੰਗਣੇ ਨੇ, ਤੇ ਤੁਸੀਂ ਪਿਤਾ ਹੋਣ ਦੇ ਨਾਤੇ ਇਹਨਾਂ ਦੇ ਹੱਕ ਦੇ ਦਿਓ। ਜੀ, ਬਹੁਤ ਖੂਬਸੂਰਤ ਤੁਸੀਂ ਇਲੈਬੋਰੇਟ ਕੀਤਾ ਸਿੱਖੀਜ਼ਮ ਨੂੰ, ਖਾਸ ਕਰ ਪ੍ਰਧਾਨ ਮੰਤਰੀ ਸਾਹਿਬ ਨੂੰ ਮੁਖਾਤਬ ਹੋ ਕੇ। ਇੱਕ ਸ਼ਬਦ ਹੋਰ ਉਹਨਾਂ ਨੇ ਵਰਤਿਆ ਕਿ ਕੂੜ ਪ੍ਰਚਾਰ ਹੋ ਰਿਹਾ ਪੰਜਾਬੀਆਂ, ਖਾਸ ਕਰ ਸਿੱਖਾਂ ਬਾਰੇ। ਕੀ ਪ੍ਰਧਾਨ ਮੰਤਰੀ ਕਿਤੇ ਨਾ ਕਿਤੇ ਅਚੇਤ ਰੂਪ 'ਚ ਸੱਚ ਤਾਂ ਨਹੀਂ ਬੋਲ ਗਏ ਕਿ ਇੱਕ ਵੱਡਾ ਹਿੱਸਾ ਜਿਹੜਾ ਹੈਗਾ ਮੀਡੀਆ ਦਾ, ਕਹਿ ਲਓ ਚਾਹੇ ਕੋਈ ਹਿੱਸਾ ਹੈ, ਉਹੀ ਕੂੜ ਪ੍ਰਚਾਰ ਕਰ ਰਿਹਾ? ਸੱਚਾਈ ਮੂੰਹ ਤੇ ਆਪਣੇ ਆਪ ਆ ਗਈ ਹੋਵੇ ਸ਼ਾਇਦ। ਦੇਖੋ, ਪਹਿਲੀ ਗੱਲ ਤਾਂ ਮੀਡੀਆ ਦਾ ਧੰਨਵਾਦ ਹੋਣਾ ਚਾਹੀਦਾ ਕਿ ਐਡੇ ਵੱਡੇ ਅੰਦੋਲਨ ਨੂੰ ਤੁਸੀਂ ਲੋਕਾਂ ਨੇ ਦੁਨੀਆ ਤੱਕ ਪਹੁੰਚਾਇਆ। ਮੈਂ ਤੁਹਾਡੇ ਚਰਨਾਂ 'ਚ ਪ੍ਰਣਾਮ ਕਰਦਾ। ਹਰ ਬੰਦਾ ਇੱਕੋ ਜਿਹਾ ਨਹੀਂ ਹੁੰਦਾ, ਹਰ ਧਰਮ 'ਚ ਚੰਗੇ ਮਾੜੇ ਹੁੰਦੇ ਨੇ, ਇਸ ਧਰਤੀ ਤੇ ਚੰਗੇ ਮਾੜੇ ਲੋਕ ਨੇ, ਮੀਡੀਆ ਦੇ ਵਿੱਚ ਵੀ ਚੰਗੇ ਮਾੜੇ ਹੋਣਗੇ, ਹੈਗੇ ਨੇ, ਆਪਾਂ ਨੂੰ ਵੀ ਪਤਾ ਹੈ। ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ, ਔਰ ਦੁਬਾਰਾ ਇਸ ਗੱਲ ਨੂੰ ਕਹੂੰਗਾ ਕਿ ਕੂੜ ਸ਼ਬਦ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਸ਼ਬਦ ਤੁਹਾਡੇ ਮੂੰਹ ਤੋਂ ਜੱਚਦਾ ਨਹੀਂ, ਕਿਉਂਕਿ ਤੁਸੀਂ ਰਹਿਨੁਮਾ ਹੋ, ਰਹਿਨੁਮਾ ਦੀ ਇੱਜ਼ਤ ਹੋਣੀ ਚਾਹੀਦੀ ਹੈ। ਤੁਸੀਂ ਥੋੜ੍ਹਾ ਜਿਹਾ ਜੇ ਕੋਲ ਆ ਕੇ, ਦੁਬਾਰਾ ਮੈਂ ਤੁਹਾਨੂੰ ਅਪੀਲ ਕਰ ਰਿਹਾ, ਥੋੜ੍ਹਾ ਜਿਹਾ ਕੋਲ ਆ ਕੇ ਜੇ ਤੁਸੀਂ ਸਿੱਖ ਕੌਮ ਦੇ ਜਾਂ ਪੰਜਾਬ ਦੇ ਨੇੜੇ ਆਓਗੇ, ਤੇ ਮੈਂ ਤੁਹਾਨੂੰ ਪ੍ਰਧਾਨ ਮੰਤਰੀ ਜੀ ਇਹ ਕਹਿ ਦਿੰਦਾ ਕਿ ਤੁਸੀਂ ਮਾੜਾ ਜਿਹਾ ਨੂੰ ਗਲ ਲਾਓ, ਇਹ ਤੁਹਾਨੂੰ ਆਪਣੇ ਮੋਢਿਆਂ ਤੇ ਬਿਠਾ ਕੇ ਤੁਹਾਡੀ ਜੈ ਜੈਕਾਰ ਕਰਾ ਦੇਣਗੇ। ਇਹਨਾਂ ਵਾਸਤੇ ਸ਼ਬਦ ਹਮੇਸ਼ਾ ਇਹੋ ਜਿਹੇ ਸੋਹਣੇ ਇਸਤੇਮਾਲ ਕਰਿਆ ਕਰੋ ਜਿਹਦੇ ਨਾਲ ਇਹ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਬੁਲਾ ਕੇ ਤੁਹਾਡੀ ਹਰ ਗੱਲ ਮੰਨ ਲੈਣ। ਮੈਂ ਸਿਰਫ ਇੱਕੋ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ, ਇੱਕ ਨਾਗਰਿਕ ਹੋਣ ਦੇ ਨਾਤੇ ਔਰ ਤੁਹਾਡੀ ਇੱਜ਼ਤ ਮਾਣ ਸਤਿਕਾਰ ਨੂੰ ਮੱਦੇਨਜ਼ਰ ਰੱਖਦੇ ਹੋਏ, ਕਿ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਬਿੱਲ ਪੰਜਾਬੀਆਂ ਦੇ ਸਮਝ ਨਹੀਂ ਆਏ, ਫਾਰਮਰ ਦੇ ਸਮਝ ਨਹੀਂ ਆਏ, ਸਿੱਖ ਕੌਮ ਦੇ ਸਮਝ ਨਹੀਂ ਆਏ, ਜੋ ਵੀ ਤੁਸੀਂ ਬੋਲ ਰਹੇ ਹੋ, ਕੀ ਸਾਰੇ ਹਿੰਦੁਸਤਾਨ ਨੂੰ ਇਹ ਬਿੱਲ ਸਮਝ ਨਹੀਂ ਆਏ? ਕੀ ਇਹ ਸਾਰੀ ਦੁਨੀਆ ਨੂੰ ਬਿੱਲ ਸਮਝ ਨਹੀਂ ਆਏ? ਕੀ ਸਾਰਾ ਦੇਸ਼ ਇਕੱਠਾ ਹੋ ਕੇ ਇਸ ਬਿੱਲਾਂ ਦੇ ਖਿਲਾਫ? ਹੁਣ ਤਾਂ ਸ਼ਾਇਦ ਫਾਰਮਰਸ ਦੀ ਗੱਲ ਹੀ ਨਹੀਂ ਰਹਿ ਗਈ, ਹੁਣ ਤਾਂ ਗੱਲ ਹੀ ਕਿਤੇ ਹੋਰ ਚਲੀ ਗਈ ਹੈ। ਤੇ ਮੈਨੂੰ ਦੱਸੋ, ਕਿਤੇ ਨਾ ਬੈਠ ਕੇ ਤੁਹਾਨੂੰ ਇਹ ਲੱਗਣਾ ਤਾਂ ਚਾਹੀਦਾ ਕਿ ਜਿੱਥੇ ਮੇਰੀ ਕੌਮ ਹੈ, ਉਸ ਕੌਮ ਨੂੰ ਜਾਂ ਮੇਰੇ ਉਹ ਵਰਗ ਦੇ ਲੋਕਾਂ ਨੂੰ ਜਾਂ ਮੇਰੇ ਦੇਸ਼ ਦੇ ਲੋਕਾਂ ਨੂੰ ਜੇ ਇਹ ਚੀਜ਼ ਚੰਗੀ ਸਾਰਿਆਂ ਨੂੰ ਨਹੀਂ ਲੱਗ ਰਹੀ, ਤਾਂ ਕਿਤੇ ਨਾ ਕਿਤੇ ਤਾਂ ਕੁਛ ਨਾ ਕੁਛ ਤਾਂ ਗਲਤ ਹੈ। ਉਹਨੂੰ ਆਪਾਂ ਠੀਕ ਕਰ ਲਓ। ਇਹ ਤਾਂ ਬੜੀ ਛੋਟੀ ਜਿਹੀ ਗੱਲ ਹੈ, ਇਹ ਤਾਂ ਮੁੱਦਾ ਐਡਾ ਵੱਡਾ ਬਣਾਉਣਾ ਹੀ ਨਹੀਂ ਚਾਹੀਦਾ। ਯੋਗਰਾਜ ਸਿੰਘ ਜੀ, ਪ੍ਰਧਾਨ ਮੰਤਰੀ ਸਾਹਿਬ ਨੇ ਆਫਟਰ ਆਲ ਜੋ ਵੀ ਬੋਲਿਆ ਰਾਜ ਸਭਾ 'ਚ,
ਉੱਥੇ ਰੈਕਡ 'ਚ ਹੈ ਉਹ ਸਦੀਆਂ ਤੱਕ ਰਹਿਣਾ ਹੈ। ਹਮੇਸ਼ਾ ਕਾਨੂੰਨ ਦੇ ਵਿਦਿਆਰਥੀ ਜਾਂ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀ ਜਦੋਂ ਵੀ ਆਪਣੇ ਖੋਜ ਕਰਿਆ ਕਰਨਗੇ ਤਾਂ ਉਹਨਾਂ ਦੀ ਥੀਸਿਸ ਦੇ ਵਿੱਚ ਇਹ ਚੀਜ਼ਾਂ ਆਉਣਗੀਆਂ। ਉਹ ਕਹਿ ਰਹੇ ਨੇ ਕਿ ਸਿੱਖਾਂ ਨੂੰ, ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਉਹਨਾਂ ਦੇ ਦਿਮਾਗ 'ਚ ਗਲਤ ਗੱਲਾਂ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਸਾਹਿਬ ਇਹਦਾ ਇਸ਼ਾਰਾ 26 ਜਨਵਰੀ ਵਾਲੇ ਲਾਲ ਕਿਲ੍ਹੇ ਦੇ ਘਟਨਾਕ੍ਰਮ ਨਾਲ ਤਾਂ ਨਹੀਂ ਜੋੜਦੇ, ਜਾਂ ਉਹ ਇੱਕ ਪਲੇਟਫਾਰਮ ਬਣ ਗਿਆ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਮੌਕਾ ਮਿਲ ਗਿਆ ਇਹ ਗੱਲ ਕਹਿਣ ਦਾ? ਨਹੀਂ, ਮੇਰਾ ਖਿਆਲ ਥੋੜਾ ਜਿਹਾ ਨਾ ਪ੍ਰਧਾਨ ਮੰਤਰੀ ਜੀ ਨੂੰ ਥੋੜਾ ਜਿਹਾ ਮੇਰਾ ਖਿਆਲ ਇਹ ਇੱਕ ਗਲਤ ਇਨਫੋਰਮੇਸ਼ਨ ਹੈ। ਪਤਾ ਨਹੀਂ ਇਹਨਾਂ ਨੂੰ ਇਨਫੋਰਮੇਸ਼ਨ ਕਿਹਨੇ ਦਿੱਤੀ ਹੈ। ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ 26 ਤਰੀਕ ਨੂੰ ਜਦ ਇਹ ਹੋਇਆ ਸੀ, ਟਰੈਕਟਰ ਮਾਰਚ ਹੋਈ ਸੀ, ਤੁਸੀਂ ਆਪ ਪਰਮਿਸ਼ਨ ਦਿੱਤੀ ਸੀ, ਉੱਥੇ ਕੀ ਕੁਝ ਹੋਇਆ ਤੁਸੀਂ ਆਪਣੀ ਆਤਮਾ ਤੋਂ ਪੁੱਛ ਲਓ। ਸਾਰੇ ਜਿਹੜੇ ਰਹਿਨੁਮਾ ਨੇ, ਜਿਹੜੇ ਤੁਹਾਡੇ ਤਖਤ ਤਾਜ ਦੇ ਤੁਹਾਡੇ ਐਡਵਾਈਜ਼ਰ ਨੇ, ਉਹ ਆਪਣੀ ਆਤਮਾ ਤੋਂ ਪੁੱਛ ਲੈਣ, ਤੁਹਾਨੂੰ ਜਵਾਬ ਮਿਲ ਜੂਗਾ। ਆਦਮੀ ਨੂੰ ਆਪਣੀ ਆਤਮਾ ਤੋਂ ਆਪੇ ਜਵਾਬ ਮਿਲਦਾ ਹੈ। ਔਰ ਮੈਂ ਸਮਝਦਾ ਕਿ ਜਿਹੜਾ 26 ਤਰੀਕ ਦੀ ਜਿਹੜੀ ਟਰੈਕਟਰ ਰੈਲੀ ਸੀ, ਉਹਦੀ ਜਿਹੜੀ ਮਾਰਕਿੰਗ ਸੀਗੀ, ਉਹ ਤੁਹਾਨੂੰ ਐਕਚੁਅਲੀ ਪੁਲਿਸ ਸਾਰੀ ਆਪਣੀ ਨਾਲ ਭੇਜਣੀ ਚਾਹੀਦੀ ਸੀ। CRPF ਸਾਰਾ ਕੁਝ ਉਹਨਾਂ ਦੇ ਨਾਲ ਤੁਸੀਂ ਭੇਜਦੇ, ਬਾਇਜ਼ਤ ਅੱਗੇ ਤੁਸੀਂ ਆਪਣੀਆਂ ਗੱਡੀਆਂ ਲਾਉਂਦੇ, ਹੈ ਨਾ। ਜੇ ਸੱਚ ਸੀ ਤਾਂ ਉਹ ਗੱਡੀਆਂ ਜਿਹੜੀਆਂ ਸੀ ਉਹਨੂੰ ਪੈਟਰੋਲ ਕਰਕੇ ਜਿੱਧਰੋਂ ਤੁਸੀਂ ਲੈ ਕੇ ਜਾਣਾ ਸੀ ਉਹਨੂੰ ਲੈ ਜਾਂਦੇ। ਸੋ ਮੈਂ ਸਮਝਦਾ ਵੀ ਇਹ ਚੀਜ਼ ਜਿਹੜੀ ਹੈਗੀ ਹੈ ਕੋਈ ਐਡੀ ਵੱਡੀ ਵਧਾਉਣ ਦੀ ਲੋੜ ਨਹੀਂ, ਕਿਉਂਕਿ ਜੇ ਆਪਾਂ ਜ਼ਿਆਦਾ ਕੰਡੇ ਬੀਜਾਂਗੇ ਫਿਰ ਆਪਾਂ ਨੂੰ ਸਾਰਿਆਂ ਨੂੰ ਚੁਭਣਗੇ। ਇਹ ਦੇਸ਼ ਹੈ, ਇਹ ਦੇਸ਼ ਤੁਹਾਡਾ ਸਾਰਿਆਂ ਦਾ। ਇਸ ਦੇਸ਼ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਠੀਕ ਨਹੀਂ ਹੋ ਰਿਹਾ। ਮੈਂ ਸਮਝਦਾ ਕਿ ਬੜੀ ਛੋਟੀ ਜਿਹੀ ਗੱਲ ਹੈ, ਇਸ ਗੱਲ ਨੂੰ ਵਧਾਉਣ ਦੀ ਲੋੜ ਨਹੀਂ। ਤੁਸੀਂ ਤਾਂ ਵੈਸੇ ਹੀ ਕਹਿ ਸਕਦੇ ਹੋ ਕਿ ਲਓ ਭਾਈ ਮੈਂ ਤਾਂ ਬਿੱਲ ਬਣਾਏ ਸੀਗੇ ਤੁਹਾਡੀ ਚੰਗਿਆਈ ਵਾਸਤੇ, ਮੈਨੂੰ ਐ ਲੱਗਿਆ ਵੀ ਇਹ ਬਿੱਲ ਤੁਹਾਡੇ ਵਾਸਤੇ ਬਹੁਤ ਚੰਗੇ ਆ, ਫਾਰਮਰ ਵਾਸਤੇ ਬਹੁਤ ਚੰਗੇ ਆ। ਲਓ ਮੇਰੇ ਬੱਚਿਓ, ਤੁਹਾਨੂੰ ਨਹੀਂ ਪਸੰਦ ਹੋਇਆ, ਮੈਂ ਇੱਕ ਪਿਤਾ ਹੋਣ ਦੇ ਨਾਤੇ ਆਹ ਲਓ ਬਿੱਲ ਪਾੜ ਕੇ ਸੁੱਟਤੇ, ਤੁਸੀਂ ਮੌਜਾਂ ਮਾਰੋ। ਜੇ ਤੁਹਾਨੂੰ ਅੱਗੇ ਲੋੜ ਹੋਊਗੀ ਤੁਸੀਂ ਜ਼ਰੂਰ ਮੇਰੇ ਨਾਲ ਅੱਗੇ ਗੱਲ ਕਰਿਓ। ਇੰਨੀ ਜੀ ਗੱਲ ਹੈ। ਤੁਸੀਂ ਬੜੀ ਖੂਬਸੂਰਤ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਜਾਂ ਦੇਸ਼ ਦਾ ਹੁਕਮਰਾਨ ਅੱਜ ਆਪਣੀ ਆਤਮਾ ਦੀ ਆਵਾਜ਼ ਤੋਂ ਹੀ ਪੁੱਛ ਲਵੇ, ਪਰ ਪ੍ਰਧਾਨ ਮੰਤਰੀ ਸਾਹਿਬ ਮਨ ਕੀ ਬਾਤ ਕਹਿਣ ਦੇ ਆਦੀ ਨੇ। ਆਤਮਾ ਦੀ ਆਵਾਜ਼ ਜੇ ਸੁਣਦੇ ਹੁੰਦੇ ਤਾਂ ਇਸ ਤਰ੍ਹਾਂ ਦੇ ਵਿਵਾਦਤ ਆਰਡੀਨੈਂਸ ਜੋ ਬਾਅਦ ਚ ਬਿੱਲ ਬਣੇ ਤੇ ਮੁੜ ਕੇ ਰਾਸ਼ਟਰਪਤੀ ਸਾਹਿਬ ਦੀ ਮੋਹਰ ਤੋਂ ਬਾਅਦ ਸਤੰਬਰ ਦੇ ਵਿੱਚ ਉਹ ਕਾਨੂੰਨ ਬਣ ਗਏ, ਇਹ ਆਉਂਦੇ ਹੀ ਨਾ। ਮਨ 'ਚ ਖੋਟ ਹੈ, ਲੱਗਦਾ ਨਹੀਂ ਹੁਕਮਰਾਨ ਦੇ ਮਨ 'ਚ ਖੋਟ ਹੈ? ਮੈਨੂੰ ਇਹ ਲੱਗਦਾ ਹੈ ਕਿ ਜੇ ਥੋੜਾ ਜਿਹਾ ਇਹਨੂੰ ਹੋਰ ਹੁਕਮਰਾਨ ਸਿੱਧਾ ਕਿਤੇ ਵੱਜਦਾ ਹੈ ਜਾ ਕੇ ਅਗਲੇ ਦੇ ਗਿੱਟਿਆਂ 'ਚ, ਸਟੇਟ ਜਿਹੜੀ ਹੈਗੀ ਹੈ, ਰਾਜਾਸ਼ਾਹੀ ਹੈ ਜਿਹੜੀ, ਉਹਦੇ ਮਨ 'ਚ ਜਿਹੜਾ ਖੋਟ ਹੈ। ਨਹੀਂ, ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ। ਜਦ ਇਹ ਬਿੱਲ ਪਾਸ ਹੋ ਰਹੇ ਸੀ ਉਦੋਂ ਸਾਰੀਆਂ ਪਾਰਟੀਆਂ ਉੱਥੇ ਸੀ, ਪੰਜਾਬ ਦੇ ਲੋਕ ਉੱਥੇ ਸੀ, ਪੰਜਾਬ ਦੇ ਲੀਡਰ ਉੱਥੇ ਸੀ, ਪੰਜਾਬ ਦੇ ਸਾਰੇ ਜਿਹੜੇ ਕਰਤਾ ਧਰਤਾ ਉੱਥੇ ਸੀ, ਹੋਰ ਪਾਰਟੀਆਂ ਦੇ ਲੋਕ ਸੀ। ਕੋਈ ਧੱਕੇ ਨਾਲ ਤਾਂ ਬਿੱਲ ਨਹੀਂ ਪਾਸ ਹੋਇਆ। ਇਹ ਬਿੱਲ ਦਾ ਆਡੀਅנס ਬੜੀ ਦੇਰ ਤੋਂ ਚੱਲਦਾ ਆ ਰਿਹਾ। ਇਹ ਪਹਿਲਾਂ ਕਾਂਗਰਸ ਨੇ ਪਾਸ ਕੀਤਾ ਸੀ, ਉਹ ਲਿਆਂਦੇ ਸੀ ਬਿੱਲ, ਨਹੀਂ ਪਾਸ ਹੋਇਆ, ਇਹ ਆਪਾਂ ਸਭ ਨੂੰ ਪਤਾ ਹੈ। ਇਹ ਬਿੱਲ ਦੁਬਾਰਾ ਲਿਆਂਦੇ ਗਏ ਜਦ ਸਾਡੇ ਪੰਜਾਬ ਦੇ ਲੀਡਰ ਉੱਥੇ ਬੈਠ ਕੇ, ਜਿਹੜੇ ਕਿ ਸਾਨੂੰ ਜ਼ਿੰਦਗੀ 'ਚ ਸਦੀਆਂ ਤੋਂ ਪੰਜਾਬ ਨੂੰ ਧੋਖਾ ਦਿੰਦੇ ਆ ਰਹੇ ਹੈ, ਇਹ ਪਾਰਟੀਆਂ ਧੋਖਾ ਦਿੰਦੇ ਆ ਰਹੀਆਂ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਔਨ ਰਿਕਾਰਡ ਨੇ, ਜਿਹੜੀਆਂ ਗੱਲਾਂ ਮੈਂ ਕਹਿ ਰਿਹਾ। ਤੇ ਜੇ ਉੱਥੇ ਬੈਠੇ ਸੀ ਤੇ ਫਿਰ ਉਦੋਂ ਕਿਉਂ ਨਾ ਬੋਲੇ? ਉਦੋਂ ਫਿਰ ਸਭ ਨੇ ਸਾਈਨ ਕਿਉਂ ਕੀਤੇ? ਤੇ ਜੇ ਸਾਰਿਆਂ ਨੇ ਸਾਈਨ ਕਰ ਹੀ ਦਿੱਤੇ ਸੀ ਤਾਂ ਫਿਰ ਉਹ ਤਾਂ ਇਹਦਾ ਮਤਲਬ ਇਹ ਵੀ ਬਿੱਲ ਸਾਰਿਆਂ ਨੂੰ ਠੀਕ ਲੱਗਦੇ। ਉੱਥੇ ਖੜ ਕੇ ਪਾਰਲੀਮੈਂਟ ਦੇ ਵਿੱਚ ਬੋਲਣਾ ਸੀ, ਉੱਥੇ ਖੜ ਕੇ ਸਾਡੇ ਜਿਹੜੇ ਲੀਡਰ ਨੇ, ਜਿਹੜੇ ਸਾਡੇ ਪਾਰਟੀਆਂ ਦੇ ਸੂਬੇਦਾਰ ਨੇ, ਜਿਹੜੇ ਆਪ ਨੂੰ ਕਹਿੰਦੇ ਸੀ ਪੰਜਾਬ ਦੀ ਧਰਤੀ ਮਾਂ ਦੇ ਜੀ ਲਾਲ ਆ, ਉੱਥੇ ਖੜ ਕੇ ਬੋਲਦੇ, ਪਾੜਦੇ, ਰੌਲਾ ਪਾਉਂਦੇ ਔਰ ਪ੍ਰੈਜ਼ੀਡੈਂਟ ਨੂੰ ਕਹਿੰਦੇ ਵੀ ਇਹ ਗੱਲ ਗਲਤ ਹੈ, ਵਾਕਆਊਟ ਕਰਨ ਦੀ ਲੋੜ ਨਹੀਂ ਹੁੰਦੀ, ਉੱਥੇ ਖੜ ਕੇ ਬੋਲੋ। ਤੇ ਜਦ ਸਾਈਨ ਸਾਰਿਆਂ ਨੇ ਕਰਤੇ ਤੇ ਫਿਰ ਸੈਂਟਰ ਸਰਕਾਰ ਵੀ ਦੱਸੋ ਕੀ ਕਰੇ? ਮੈਂ ਉਦੋਂ ਮੰਨਦਾ ਕਿ ਸੈਂਟਰ ਸਰਕਾਰ ਨੇ ਬਿੱਲ ਪਾਸ ਕੀਤੇ ਨੇ ਆਪਣੀ ਮਰਜ਼ੀ ਨਾਲ, ਇਹਨਾਂ ਨੇ ਸਾਈਨ ਨਹੀਂ ਕੀਤੇ। ਤੁਸੀਂ ਦੱਸੋ ਵੀ ਤੁਹਾਡੇ ਕੋਲੇ ਪ੍ਰੂਫ ਹੈਗਾ ਵੀ ਪੰਜਾਬ ਦੇ ਲੋਕਾਂ ਨੇ, ਹਰਿਆਣਾ ਦੇ ਲੋਕਾਂ ਨੇ, ਯੂਪੀ ਦੇ ਲੋਕਾਂ ਨੇ, ਸਾਰੇ ਦੇਸ਼ ਦੇ ਲੋਕਾਂ ਨੇ, ਵਰਗ ਦੇ ਲੋਕਾਂ ਨੇ, ਪਾਰਟੀਆਂ ਨੇ ਸਾਈਨ ਨਹੀਂ ਕੀਤੇ? ਉਹ ਸਾਈਨਡ ਕਾਗਜ਼ ਡਾਕੂਮੈਂਟ ਉੱਥੇ ਪਿਆ। ਸੋ ਮੈਂ ਸਮਝਦਾ ਇਕੱਲਾ ਕਸੂਰ ਇੱਕ ਬੰਦੇ ਦਾ ਨਹੀਂ ਹੁੰਦਾ, ਕਸੂਰ ਸਾਡਾ ਹੈ, ਪੰਜਾਬ ਦੇ ਰਹਿਨੁਮਾ। ਜੇ ਮੈਂ ਹੁੰਦਾ CM ਔਰ ਮੇਰੇ ਹੱਥ ਸੱਤਾ ਹੁੰਦੀ, ਮੈਂ ਦੇਖਦਾ ਬਿੱਲ ਕਿਵੇਂ ਪਾਸ ਹੁੰਦਾ, ਭਾਵੇਂ ਮੈਨੂੰ ਉੱਥੇ ਖੜ ਕੇ ਪਾਰਲੀਮੈਂਟ ਦੇ ਵਿੱਚ ਇਹ ਰੌਲਾ ਪਾਉਣਾ ਪੈਂਦਾ ਕਿ ਨਹੀਂ ਇਹ ਗਲਤ ਹੈ ਕਿ ਝੂਠ ਹੈ। ਵਾਕਆਊਟ ਕਰਨਾ ਗੱਲਾਂ ਨਹੀਂ ਬਣਦੀਆਂ, ਪਹਿਲਾਂ ਸਾਈਨ ਕਰਤੇ, ਫਿਰ ਰੌਲਾ ਪਾਤਾ, ਫਿਰ ਵਾਕਆਊਟ ਕਰ ਲਏ। ਇਹ ਕਸੂਰ ਸਾਡਾ ਹੈ। ਪੰਜਾਬ ਨੂੰ ਜੇ ਕਦੇ ਨਜ਼ਰ ਲੱਗੀ ਹੈ ਕਿਸ ਨੇ ਲਾਈ? ਜੇ ਪੰਜਾਬ ਨਾਲ ਧੱਕਾ ਹੋਇਆ, ਪੰਜਾਬ ਨਾਲ ਧੋਖਾ ਹੋਇਆ, ਲੋਕਾਂ ਨੇ ਗੱਦਾਰੀ ਕੀਤੀ ਹੈ, ਸਾਡੇ ਆਪ ਦੇ ਲੋਕਾਂ ਨੇ, ਆਪ ਦੇ ਲੀਡਰਾਂ ਨੇ ਕੀਤੀ ਹੈ। ਤੁਸੀਂ 75 ਸਾਲ ਦਾ ਇਤਿਹਾਸ ਕੱਢ ਕੇ ਦੇਖ ਲਓ, ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਸਾਰੇ ਲੋਕਾਂ ਨੇ ਇਕੱਠੇ ਹੋ ਕੇ ਇਸ ਪੰਜਾਬ ਦਾ ਸੱਤਿਆਨਾਸ਼ ਮਾਰਿਆ। ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ, ਤਿੱਬਤ ਤੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਕੰਧਾਰ ਤੱਕ, ਦਿੱਲੀ ਤੱਕ ਪ੍ਰਤਾਪ ਸਿੰਘ ਕਾਰਨ CM ਸੀਗਾ, ਪੰਜਾਬ ਸੀ, ਕਿਤੇ ਨਹੀਂ ਸੀ ਵੰਡ ਹੋਈ। ਮੈਨੂੰ ਦੱਸੋ ਕੀ ਵਜ੍ਹਾ ਕਿ ਪੰਜਾਬ ਆ ਛੋਟਾ ਜਿਹਾ ਰਹਿ ਗਿਆ? ਐਡਾ ਛੋਟਾ ਜਿਹਾ ਪੰਜਾਬ, 31 ਜਥੇਬੰਦੀਆਂ, ਇੱਕ ਲੀਡਰ, ਇੱਕ ਜਥੇਬੰਦੀ, ਇੱਕ ਲੀਡਰ ਹੋਣਾ ਚਾਹੀਦਾ। ਸੋ ਮੈਂ ਸਮਝਦਾ ਕਿ ਕਸੂਰ ਸਾਡੇ 'ਚ ਹੈ, ਥੋਪੀ ਆਪਾਂ ਲੋਕਾਂ ਤੇ ਜਾਂਦੇ ਹਾਂ। ਜੇ ਕਾਂਗਰਸ ਨੇ ਕੰਡੇ ਬੀਜੇ
ਇੱਕ ਸਵਾਲ ਮੇਰਾ ਹੋਰ ਆ ਬੁਲੰਦ ਆਵਾਜ਼ ਨਾਲ, ਜਦ ਜ਼ਮੀਨਾਂ ਤੇ 18 ਕਿੱਲੇ ਦੀ ਸੀਲਿੰਗ ਲੱਗੀ ਉਦੋਂ ਕੀ ਹੋਇਆ? ਕਿਉਂ ਨਹੀਂ ਬੋਲਿਆ ਕੋਈ? ਕਿਉਂ ਨਹੀਂ ਉੱਠ ਕੇ ਕਿਸੇ ਨੇ ਆਵਾਜ਼ ਉਠਾਈ? ਕਿਉਂ ਜਥੇਬੰਦੀਆਂ ਨੇ ਨਹੀਂ ਕਿਹਾ ਨਹੀਂ ਹੋਣਾ ਚਾਹੀਦਾ? ਉਦੋਂ ਵੀ ਰੇਲਾਂ ਤੇ ਪੈਂਦੇ ਇਹੋ ਜਿਹਾ ਅੰਦੋਲਨ ਕਰਦੇ, ਕਿਉਂਕਿ ਤੁਸੀਂ ਉਸ ਵੇਲੇ ਜ਼ਿੰਦਗੀ ਦੇ ਵਿੱਚ ਸਮਝ ਲਿਆ ਚਲ ਕੋਈ ਨਹੀਂ, ਸਾਡੀ ਤਾਂ ਜ਼ਮੀਨ ਬਚੀ ਹੋਈ ਹੈ, ਅਸੀਂ ਕੱਟਾ ਸਿੰਘ, ਗੰਡਾ ਸਿੰਘ, ਪੰਡਾ ਸਿੰਘ ਦੇ ਨਾਂ ਕਰਾ ਲਾਂਗੇ, ਸਾਨੂੰ ਕੀ ਹੈ, ਅਸੀਂ ਕਿਸੇ ਤੋਂ ਕੀ ਲੈਣਾ। ਸੋ ਜਦ ਤੁਸੀਂ ਦੂਜੇ ਬਾਰੇ, ਗਰੀਬ ਬਾਰੇ, ਆਵਾਮ ਬਾਰੇ ਸੋਚੋਗੇ ਤਾਂ ਕਦੇ ਵੀ ਜ਼ਿੰਦਗੀ 'ਚ ਇਹੋ ਜਿਹੀਆਂ ਗੱਲਾਂ ਨਹੀਂ ਹੋਣਗੀਆਂ। ਤੁਸੀਂ ਸਿਆਸਤ ਦੇ ਜੋ ਮੌਜੂਦਾ ਹਾਲਾਤ ਨੇ ਉਸ ਮੋੜ ਤੇ ਆਪਣੀ ਗੱਲਬਾਤ ਨੂੰ ਲੈ ਆਏ ਹੋ, ਪਰ ਇੱਕ ਸਵਾਲ ਬਹੁਤ ਜ਼ਰੂਰੀ ਹੈ, ਉਹ ਰਹਿ ਨਾ ਜਾਵੇ ਕਿ ਤੁਸੀਂ ਖੁਦ ਵੀ ਸੈਲੀਬ੍ਰਿਟੀ ਹੋ, ਤੁਹਾਡੇ ਸੁਪੁੱਤਰ ਵੀ ਸੈਲੀਬ੍ਰਿਟੀ ਨੇ। ਇਸ ਵਕਤ ਸੈਲੀਬ੍ਰਿਟੀ ਵਰਸਸ ਸੈਲੀਬ੍ਰਿਟੀ ਹੋਈ ਪਈ ਹੈ, ਖਾਸ ਕਰ ਵਿਦੇਸ਼ਾਂ ਦੇ ਸੈਲੀਬ੍ਰਿਟੀ ਜੋ ਹੱਕ 'ਚ ਹਾਂ ਦਾ ਨਾਅਰਾ ਮਾਰ ਰਹੇ ਨੇ, ਭਾਰਤੀ ਕਿਸਾਨਾਂ ਦੇ, ਸਿੱਖਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰ ਰਹੇ ਨੇ, ਪਰ ਭਾਰਤੀ ਸੈਲੀਬ੍ਰਿਟੀ ਵਿਚਲਾ ਰਾਹ ਲੱਭ ਰਹੇ ਨੇ ਕਿ ਕੱਲ੍ਹ ਨੂੰ ਕਾਨੂੰਨ ਰੱਦ ਹੋ ਗਏ ਤਾਂ ਕਿਸਾਨਾਂ ਵੱਲ ਵੀ ਖੜਨ ਜੋਗੇ ਰਹਿ ਜਾਣਗੇ, ਤੇ ਜੇਕਰ ਕਿਸਾਨ ਹਾਰ ਗਏ, ਸਰਕਾਰ ਜਿੱਤ ਗਈ ਤਾਂ ਸਰਕਾਰ ਵੱਲ ਵੀ ਖੜੇ ਹੋਣ ਜੋਗੇ ਰਹਿ ਜਾਣਗੇ। ਕੀ ਮੈਂ ਤੁਹਾਡੇ ਤੋਂ ਕਿਸੇ ਤਰ੍ਹਾਂ ਦਾ ਕੋਈ ਨਿੱਜੀ ਜਵਾਬ ਨਹੀਂ ਚਾਹੁੰਦਾ, ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਭਵਿੱਖ ਵਿੱਚ ਇੰਡੀਅਨ ਸੈਲੀਬ੍ਰਿਟੀ ਕੀ ਮੂੰਹ ਦਿਖਾਉਣ ਜੋਗੇ ਰਹਿ ਜਾਣਗੇ? ਜਵਾਬ ਤੁਹਾਨੂੰ ਬੇਟਾ ਜੀ ਠੋਕ ਕੇ ਦੇਵਾਂਗੇ। ਗੁਜਰਾਤੀ ਕਹਿੰਦਾ ਮੈਂ ਗੁਜਰਾਤੀ, ਪੰਜਾਬੀ ਕਹਿੰਦਾ ਮੈਂ ਪੰਜਾਬੀ, ਹਰਿਆਣਵੀ ਕਹਿੰਦਾ ਮੈਂ ਹਰਿਆਣਵੀ, ਮਹਾਰਾਸ਼ਟਰਨ ਕਹਿੰਦਾ ਮੈਂ ਮਹਾਰਾਸ਼ਟਰਾ ਦਾ। ਹਰ ਪਹਿਲੂ ਦੇ ਵਿੱਚ ਜਿੱਥੇ ਸਟੇਟਾਂ ਵੰਡੀਆਂ ਉਹ ਆਪਣੇ ਆਪ ਨੂੰ ਮੈਂ ਫਲਾਣਾ। ਕਦੇ ਕਿਸੇ ਨੇ ਕਿਹਾ ਵੀ ਮੈਂ ਹਿੰਦੁਸਤਾਨੀ ਹਾਂ, ਮੈਂ ਇਸ ਦੇਸ਼ ਦਾ ਨਾਗਰਿਕ ਹਾਂ, ਇਹ ਦੇਸ਼ ਮੇਰਾ ਹੈ, ਇਹ ਦੇਸ਼ ਮੇਰੀ ਜਿੰਦ ਜਾਨ ਹੈ। ਮੈਂ ਤਿਰੰਗੇ ਨੂੰ ਸਲੂਟ ਕਰਦਾ, ਤਿਰੰਗੇ ਤੋਂ ਵੱਧ ਕੇ ਸਾਡੀ ਇੱਜ਼ਤ, ਸਾਡਾ ਮਾਣ ਸਤਿਕਾਰ ਕੋਈ ਨਹੀਂ। ਪਰ ਕਦੇ ਆਪਣੇ ਗਿਰੇਬਾਂ 'ਚ ਝਾਕ ਕੇ ਸਾਰੇ ਪੁੱਛ ਲੈਣ ਵੀ ਤੁਸੀਂ ਕਦੇ ਕਿਹਾ ਮੈਂ ਹਿੰਦੁਸਤਾਨੀ ਹਾਂ? ਮੈਂ ਜਿਹਨੂੰ ਪੁੱਛਾ ਕਹਾਂ ਸੇ ਹੋ ਭਾਈ, हम यूपी से हैं, हम बिहार से हैं, हम पंजाब से हैं, हम हरियाणा से हैं, हम कर्नाटका से हैं, हम महाराष्ट्र से हैं। कदे किसी ने कहा मैं हिंदुस्तान की धरती तो हाँ। मैं गल कहना चाहना जो तुम सवाल पूछा कि जिदन आप कहना शुरू करता कि मेरा देश, मेरा हिंदुस्तान, मेरी जिंद जान, मेरा तिरंगा, मेरे देश के रहने वाले लोग मेरी जिंद जान ने, मेरे हम प्यारे ने, मैं जिन्ने भी तुसीं सवाल किए ने सारे का जवाब मिल जाएगा। सैलीब्रिटी की गल तुसीं कीती, साड़ी आदत है, इस देश की बदनसीबी है, पिछले 2-3 हज़ार 4 हज़ार 5 हज़ार 7 हज़ार साल की तुसीं हिस्टरी पढ़ लो, या जब शिव जी आए सी 15,000 साल पहला इस धरती ते उदों दा पढ़ लो। असीं जिंदगी च एक दूजे नाल लड़ते रहे हैं, एक दूजे नाल खार खाते रहे हैं। ਉਹਦੀ ਮੇਰੀ ਝੰਡੀ ਹੋ ਜੇ, ਉਹਦੀ ਝੰਡੀ ਹੋ ਜੇ, ਕਦੇ ਵੀ ਜ਼ਿੰਦਗੀ 'ਚ ਅਸੀਂ ਇਕੱਠੇ ਹੋ ਕੇ ਨਹੀਂ ਚੱਲੇ। ਇਹ ਬਦਨਸੀਬੀ ਹੈ ਸਾਡੇ ਦੇਸ਼ ਦੀ। ਮੈਂ ਗੱਲ ਬੁਲੰਦ ਆਵਾਜ਼ 'ਚ ਪਹਿਲਾਂ ਵੀ ਕੀਤੀ ਸੀ, ਅੱਜ ਵੀ ਕੀਤੀ ਸੀ, ਔਰ ਮੈਂ ਕਲਾਕਾਰਾਂ ਨੂੰ ਕਹਿੰਦਾ ਆਪਾਂ ਤਾਂ ਇੱਕ ਪਰਿਵਾਰਿਕ ਰੂਪ 'ਚ ਹਾਂ। ਆਪਾਂ ਇੱਕ ਦੂਜੇ ਨੂੰ ਜ਼ਲੀਲਤਾ ਨਾਲ ਬੁਲਾਵਾਂਗੇ ਜਾਂ ਆਪਾਂ ਕਿਸੇ ਦੇ ਚਿੱਕੜ ਸਿੱਟਾਂਗੇ, ਆਪਣੀ ਬੇਇੱਜ਼ਤੀ ਹੁੰਦੀ ਹੈ, ਦੁਨੀਆ ਵਾਲੇ ਲੋਕ ਆਪਣੇ ਤੇ ਹੱਸਦੇ ਨੇ। ਤੁਸੀਂ ਪਹਿਲਾਂ, ਮੈਂ ਪਿਛਲੇ ਸਵਾਲ ਵੱਲ ਮੁੜਦਾ ਜੀ, ਬਸ 2 ਕੁ ਸਵਾਲ ਹੋਰ ਕਰਨੇ। ਪੰਜਾਬ ਦੇ ਤੁਸੀਂ ਲੀਡਰਾਂ ਨੂੰ ਕੋਸਿਆ, ਤੁਸੀਂ ਕਿਸਾਨ ਲੀਡਰਾਂ ਤੱਕ ਵੀ ਗੱਲ ਲੈ ਕੇ ਗਏ। ਅਲਫਾਜ਼ ਨਾਲ ਮੈਂ ਜਿਹੜੀ ਚੀਜ਼ ਗਲਤ ਹੈ ਉਹ ਗਲਤ ਹੈ, ਕੋਸ ਨਹੀਂ ਰਿਹਾ। ਮੈਂ ਲਫ਼ਜ਼ ਯੂਜ਼ ਕੀਤਾ ਕਿ ਉਹਨਾਂ ਨੇ ਪੰਜਾਬ ਦੀ ਧਰਤੀ ਨਾਲ ਧੋਖਾ ਕੀਤਾ। ਇਹ ਜਿਹਦੇ 'ਚ ਕਸੂਰਵਾਰ ਪੰਜਾਬ ਦਾ ਵੋਟਰ ਵੀ ਹੈ ਜਿਹਨੇ ਉਹਨਾਂ ਨੂੰ ਚੁਣਿਆ। ਇੱਕ ਉਮੀਦ ਜਾਗੀ ਸੀ ਅੱਜ ਤੋਂ ਮਹੀਨਾ ਕੁ ਪਹਿਲਾਂ, ਜਾਂ ਕਹ ਲਓ 15 ਦਿਨ ਪਹਿਲਾਂ ਤੱਕ, 26 ਜਨਵਰੀ ਵਾਲੇ ਦਿਨ ਤੋਂ ਪਹਿਲਾਂ ਤੱਕ, ਕਿ ਜੋ ਕਿਸਾਨ ਲੀਡਰਸ਼ਿਪ ਉੱਥੇ ਬੈਠੀ ਹੈ ਜਾਂ ਕਿਸਾਨ ਅੰਦੋਲਨ ਅਗਰ ਫਤਿਹ ਹੋ ਕੇ, ਮੋਰਚਾ ਫਤਿਹ ਕਰਕੇ, ਰੱਬ ਸੁੱਖ ਰੱਖੇ, ਵਾਹਿਗੁਰੂ ਭਲੀ ਕਰੇ ਕਿ ਆਉਣ, ਇਹ ਮੋਰਚਾ ਫਤਿਹ ਹੋਏਗਾ, ਪੰਜਾਬ 'ਚ ਆਉਣਗੇ ਤਾਂ ਪੰਜਾਬ ਨੂੰ ਨਵੇਂ ਰਾਜਨੀਤੀਵਾਨ ਦੇਣਗੇ, ਨਵੇਂ ਲੀਡਰ ਦੇਣਗੇ। ਪਰ ਹੁਣ ਜੇ ਕੋਈ ਪੰਜਾਬ ਦੀ ਗੱਲ, ਤੁਸੀਂ ਕਹਿੰਦਾ ਕੋਈ ਹਿੰਦੁਸਤਾਨ ਦੀ ਗੱਲ ਨਹੀਂ ਕਰਦਾ, ਜੋ ਹਿੰਦੁਸਤਾਨ ਦੀ ਗੱਲ ਕਰਦਾ ਉਹਨੂੰ ਕਹਿੰਦੇ ਇਹ ਕਾਮਰੇਡ ਹੈ, ਇਹ ਭਾਜਪਾ ਦੀ ਬੋਲੀ ਬੋਲਦਾ ਹੈ, ਕਾਮਰੇਡਾਂ ਦੀ ਬੋਲੀ ਬੋਲਦਾ ਹੈ। ਜੋ ਤਿਰੰਗੇ ਦੀ ਗੱਲ ਨਹੀਂ ਕਰਦਾ, ਜੋ ਕੇਸਰੀ ਨਿਸ਼ਾਨ ਸਾਹਿਬ ਦੀ ਗੱਲ ਕਰਦਾ ਜਾਂ ਪੰਜਾਬ ਦੀ ਗੱਲ ਕਰਦਾ ਹੈ, ਉਹ ਕਹਿ ਦਿੰਦੇ ਨੇ ਇਹ ਖਾਲਿਸਤਾਨੀ ਹੈ। ਦਵੰਦ ਬਣਿਆ ਪਿਆ। ਕੀ ਹੁਣ ਲੀਡਰਸ਼ਿਪ ਕਿੱਥੋਂ ਲੈ ਕੇ ਆਵਾਂਗੇ ਅਸੀਂ? ਦੇਖੋ, ਇੱਕ ਗੱਲ ਹੈ ਬੇਟਾ ਕਿ ਕਦੇ ਵੀ ਪੋਲੀਟੀਕਲ ਸਿਸਟਮ ਬਗੈਰ ਕੋਈ ਦੇਸ਼ ਨਹੀਂ ਚੱਲ ਸਕਦਾ, ਠੀਕ ਹੈ, ਇਹ ਆਪਾਂ ਸਾਰੇ ਜਾਣਦੇ ਹਾਂ। ਆਪਾਂ ਪੰਜਾਬ ਦੀ ਗੱਲ ਕਰ ਲਈਏ, ਆਪਾਂ ਹਰਿਆਣੇ ਦੀ ਗੱਲ ਕਰ ਲਈਏ, ਕਿਸੇ ਵੀ ਆਪਾਂ ਵਰਗ ਦੀ ਗੱਲ ਕਰ ਲਈਏ, ਪੋਲੀਟੀਕਲ ਸਿਸਟਮ ਚੰਗਾ ਹੋਣਾ ਚਾਹੀਦਾ, ਸਾਫ਼ ਹੋਣਾ ਚਾਹੀਦਾ, ਪੋਜ਼ੀਟਿਵ ਹੋਣਾ ਚਾਹੀਦਾ। ਅੱਜ ਆਪਾਂ ਜੰਗ ਜਿੱਤ ਕੇ, ਜੰਗ ਕੀ ਅੰਦੋਲਨ ਜਿੱਤ ਕੇ ਆਪਾਂ ਸਾਰਾ ਕੁਝ ਵਾਪਸ ਵੀ ਆ ਜਾਵਾਂਗੇ। ਅਤੇ ਪੰਜਾਬ ਦੇ ਵਿੱਚ ਤੁਸੀਂ ਮੈਨੂੰ ਦੱਸੋ, ਜਦ ਤੱਕ ਨਵੇਂ ਲੀਡਰ ਨਹੀਂ ਆਉਂਦੇ, ਨਵੀਂ ਸਿਆਸਤੀਆਂ ਪਾਰਟੀਆਂ ਨਹੀਂ ਆਉਂਦੀਆਂ, ਆਪਾਂ ਚਲੋ ਜਿਹੜੇ ਸਾਡੇ ਜਥੇਦਾਰ ਨੇ, ਜਥੇਬੰਦੀਆਂ ਨੇ 31, ਆਪਾਂ ਇਹਨਾਂ ਦੀ ਗੱਲ ਕਰ ਲਈਏ, 31 ਤਾਂ ਲੀਡਰ ਹੈਗੇ ਆ, ਬਾਕੀ ਨਵੇਂ ਲੀਡਰ ਕਰਕੇ ਤੁਸੀਂ ਆਪਦੀ ਪਾਰਟੀ ਬਣਾਓ, ਨਵੀਂ ਪਾਰਟੀ ਬਣਾਓ, ਕਿਸਾਨ ਏਕਤਾ ਦੀ ਪਾਰਟੀ ਬਣਾਓ, ਕਿਸਾਨ ਮਜ਼ਦੂਰ ਦੀ ਪਾਰਟੀ ਬਣਾਓ, ਜੋ ਵੀ ਬਣਾਓ, ਨਵੀਂ ਲੀਡਰਸ਼ਿਪ, ਨਵੀਂ ਸੋਚ ਆਊਗੀ। ਮੈਨੂੰ ਕਿਸੇ ਨੇ ਸਵਾਲ ਕੀਤਾ ਸੀ ਕਿ ਭਾਜੀ ਕਿੱਥੋਂ ਲਿਆਵਾਂਗੇ? ਮੈਂ ਕਿਹਾ ਪੰਜਾਬ ਦੇ ਵਿੱਚ, ਜੇ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਸਿਰਫ, ਤਾਂ ਆਪਣੇ ਕੋਲ ਕੀ ਗੱਲ 117 ਜਰਨੈਲ ਹੈ ਨਹੀਂ,
ਉਹ 117 ਬੰਦੇ ਤਾਂ ਹੋਣਗੇ ਜਿਹੜੇ ਆਪਣੀ ਜ਼ਮੀਰ ਨੂੰ ਰਾਤ ਨੂੰ ਜਗਾਉਂਦੇ ਹੋਣਗੇ, ਜਿਨ੍ਹਾਂ ਨੂੰ ਮਹਿਸੂਸ ਹੁੰਦਾ ਹੋਊਗਾ ਕਿ ਮੈਂ ਪੰਜਾਬ ਦੀ ਧਰਤੀ ਲਈ ਕੁਰਬਾਨ ਹੋਣਾ, ਮੈਂ ਰਿਸ਼ਵਤਾਂ ਨਹੀਂ ਲੈਣੀਆਂ, ਮੈਂ ਗਰਾਂਟਾਂ ਨਹੀਂ ਖਾਣੀਆਂ, ਮੈਂ ਜ਼ਿੰਦਗੀ 'ਚੋਂ ਕੰਮ ਨਹੀਂ ਕਰਨੇ ਜਿੱਥੇ ਮੇਰੀ ਪੰਜਾਬ ਦੀ ਧਰਤੀ ਨੂੰ ਦਾਗ ਲੱਗੇ। ਮੇਰੇ ਹਿਸਾਬ ਨਾਲ ਜਦ ਵੀ ਤੁਸੀਂ ਵਾਪਸ ਆਓ, ਆਪਣੀ ਇੱਕ ਨਵੀਂ ਪਾਰਟੀ ਇਕੱਠੇ ਬਹਿ ਕੇ ਇੱਕ ਨਵੀਂ ਪਾਰਟੀ ਬਣਾਓ। ਤੁਸੀਂ ਜ਼ਰੂਰ ਜਾ ਕੇ ਪਾਰਟੀਆਂ ਦੀ ਗੋਦੀਆਂ 'ਚ ਬੈਠਣਾ, ਲੀਡਰਾਂ ਦੀ ਗੋਦੀਆਂ 'ਚ ਬੈਠੇ ਤੁਹਾਨੂੰ ਖਾ ਕੇ ਝਟਕਾ ਕੇ ਤੁਹਾਨੂੰ ਪਿਛਲੇ 75 ਸਾਲ ਤੋਂ ਸੱਤਿਆਨਾਸ਼ ਮਾਰਤਾ। ਤੁਸੀਂ ਹੁਣੇ ਗੱਲ ਕੀਤੀ ਸੀ, ਇੱਕ ਬੋਤਲ ਸ਼ਰਾਬ ਦੀ ਤੇ ਫੀਮ ਤੇ ਭੁੱਕੀ ਪਿੱਛੇ ਆਪਾਂ ਵਿਕ ਕੇ ਵੋਟਾਂ ਪਾਈਆਂ, ਇਸ ਕਰਕੇ ਸਾਡਾ ਹਾਲ ਹੈ ਬੇਟਾ ਜੀ। ਅਸੀਂ ਇਸ ਕਰਕੇ ਮਰੇ ਹਾਂ, ਇਸ ਕਰਕੇ ਸਾਨੂੰ ਆਪਣੇ ਆਪ ਦਾ ਕਿਰਦਾਰ ਠੀਕ ਕਰਨਾ ਪਊਗਾ। ਮੈਂ ਜਦ ਰੈਲੀਆਂ ਕਰ ਰਿਹਾ ਸੀ ਤੇ ਜਵਾਨ ਮੁੰਡੇ ਨਹੀਂ ਸੀ ਉੱਥੇ, ਤੇ ਬਜ਼ੁਰਗ ਦਿਸਦੇ ਸੀ। ਤੇ ਜਦੋਂ ਰੈਲੀਆਂ 'ਚ ਕਰਦੇ ਮੈਂ ਹਿੰਦੁਸਤਾਨ ਦਾ ਇਤਿਹਾਸ ਸੁਣਾਉਣਾ ਸ਼ੁਰੂ ਕੀਤਾ ਤਾਂ ਕਣਕਵਾਲ ਇੱਕ ਰੈਲੀ ਹੋਈ, 70,000 ਬੰਦਾ ਸੀ ਤੇ 50,000 ਉੱਥੇ ਯੂਥ ਬੈਠਾ ਸੀ। ਤੇ ਮੈਂ ਉਹਨੂੰ ਗੱਲ ਕਹੀ ਸੀ ਕਿ ਯਾਦ ਰੱਖਿਓ, ਪਿਓ ਦੀ ਪੱਗ ਪੁੱਤਰ ਦੇ ਸਿਰ ਤੇ ਹੁੰਦੀ ਹੈ ਤੇ ਦਾਦੇ ਦੀ ਪੱਗ ਪੋਤੇ ਸਿਰ ਹੁੰਦੀ ਹੈ। ਪੋਤੇ ਵੀ ਤੁਸੀਂ, ਪੁੱਤ ਵੀ ਤੁਸੀਂ। ਮੈਨੂੰ ਖੁਸ਼ੀ ਇਸ ਗੱਲ ਦੀ ਕਿ ਪੰਜਾਬ ਦੀ ਜਵਾਨੀ ਜਾਗ ਪਈ ਆ। ਆਉਣ ਵਾਲਾ ਸਮਾਂ, ਆਉਣ ਵਾਲਾ ਸੂਰਜ ਪੰਜਾਬ ਦੇ ਵਿੱਚ ਨਵਾਂ ਚੜ੍ਹੇਗਾ, ਕਿਉਂਕਿ ਜਿੱਥੇ ਯੂਥ ਤੁਰ ਪਏ ਉੱਥੇ ਜ਼ਿੰਦਗੀ 'ਚ ਹਮੇਸ਼ਾ ਇੱਕ ਕ੍ਰਾਂਤੀ ਨਵੀਂ ਆਉਂਦੀ ਹੈ। ਮੈਂ ਇੱਕ ਸਟ੍ਰੇਟ ਫਾਰਵਰਡ ਜਿਹਾ ਵੀ ਜਵਾਬ ਤੁਹਾਡੇ ਤੋਂ ਚਾਹਾਂਗਾ। ਤੁਸੀਂ ਕਹੇ ਨਵੀਂ ਲੀਡਰਸ਼ਿਪ ਆਉਣੀ ਚਾਹੀਦੀ ਹੈ, ਨਵੇਂ ਲੀਡਰਾਂ ਨੂੰ ਅੱਗੇ ਆਉਣ ਦੇਣਾ ਚਾਹੀਦਾ ਹੈ। ਨਵੀਂ ਲੀਡਰਸ਼ਿਪ ਲੱਖੇ ਸਿਧਾਣੇ ਤੇ ਦੀਪ ਸਿੱਧੂ ਤੱਕ ਕੇਂਦਰਿਤ ਹੋ ਕੇ ਰਹਿ ਜਾਂਦੀ ਹੈ, ਜਾਂ ਨਵੀਂ ਲੀਡਰਸ਼ਿਪ ਜੇਕਰ ਥੋੜ੍ਹੀ ਜਿਹੀ ਲਿਬਰਲ ਗੱਲ ਕਰਦੀ ਹੈ ਤਾਂ ਨਵੀਂ ਲੀਡਰਸ਼ਿਪ 'ਚੋਂ ਵੀ ਜਿਹੜਾ ਹੈਗਾ ਉਹ ਕਣਕ 'ਚੋਂ ਜਿਹੜਾ ਕਣ ਵਾਂਗੂ ਕੱਢ ਕੇ ਉਹਨੂੰ ਬਾਹਰ ਸੁੱਟਣ ਨੂੰ ਕਰਦੇ ਨੇ। ਬਹੁਤ ਸਾਰੇ ਹੁਣ ਕਿਸਾਨ ਲੀਡਰ ਛੇਕ ਦਿੱਤੇ ਗਏ ਨੇ। ਉਹ ਜਿਹੜੀ ਕਮੇਟੀ ਇਹਨਾਂ ਦੀ ਸੰਘਰਸ਼ ਕਮੇਟੀ ਹੈ 31-32 ਮੈਂਬਰੀ ਹੈ, ਇਹ ਕੀ ਉਮੀਦ ਕਰ ਸਕਦੇ ਹੋ ਕਿ ਜਿਸ ਰਾਹ ਵੱਲ ਤੁਰ ਪਿਆ ਹੈ ਕਿਸਾਨ ਅੰਦੋਲਨ, ਖਾਸ ਕਰ ਇਹਦੀ ਲੀਡਰਸ਼ਿਪ, ਉਹ ਪੰਜਾਬ ਨੂੰ ਹੁਣ ਅੱਗੇ ਨਵੀਂ ਲੀਡਰਸ਼ਿਪ ਨੂੰ ਪੁੰਗਰਨ ਦਾ ਮੌਕਾ ਦੇਗੀ ਜਾਂ ਨਵੀਂ ਲੀਡਰਸ਼ਿਪ ਦੇਣ ਦੇ ਸਮਰੱਥ ਹੈ? ਨਹੀਂ ਤਾਂ ਫਿਰ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਫੀਮ, ਦਾਰੂ ਦੀ ਬੋਤਲ ਜਾਂ ਵੱਧ ਤੋਂ ਵੱਧ ਕਹਿ ਲਓ ਆਟੇ ਦੀ ਬੋਰੀ 10 ਕਿਲੋ ਦੀ ਪਿੱਛੇ ਵੋਟ ਵਿਕ ਜਾਂਦੀ ਹੈ ਪੰਜਾਬ ਦੇ ਵਿੱਚ, ਤੇ ਉਹਦੇ ਖਰੀਦਦਾਰ ਤਾਂ ਵੈਸੇ ਵੀ ਪੰਜਾਬ 'ਚ ਪਹਿਲਾਂ ਹੀ ਬੈਠੇ ਨੇ, ਉਹ ਤਾਂ ਗਏ ਨਹੀਂ ਦਿੱਲੀ, ਨਾ ਉਹਨਾਂ ਨੂੰ ਵੜਨ ਦਿੰਦੇ ਨੇ ਉੱਥੇ। ਦੇਖੋ, ਇੱਕ ਗੱਲ ਹੈ, ਪੰਜਾਬ ਦੀ ਜਵਾਨੀ ਨੂੰ ਦਾਗ ਲੱਗੇ ਮੇਰੇ ਹਿਸਾਬ ਨਾਲ 40 ਸਾਲ ਹੋ ਗਏ। ਇਹ ਬਦਨਸੀਬੀ ਹੈ ਕਿ ਪੰਜਾਬ ਨੂੰ ਹਰ 20 ਸਾਲ ਬਾਅਦ ਨਜ਼ਰ ਲੱਗਦੀ ਹੈ। ਤੁਸੀਂ ਪਿਛਲਾ ਇਤਿਹਾਸ ਕਰ ਲਓ, ਹਰ 20 ਸਾਲ ਬਾਅਦ ਪੰਜਾਬ ਫੇਰ ਉੱਭਰਦਾ, ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਹੈ, ਇਹਨੂੰ ਕੋਈ ਬਰਬਾਦ ਨਹੀਂ ਕਰ ਸਕਦਾ। ਲੇਕਿਨ ਮੈਨੂੰ ਜਿਹੜੀ ਨਵੀਂ ਕਿਰਨ ਦਿਖੀ ਐਤਕੀ, ਕਿਉਂਕਿ ਮੈਂ ਹਮੇਸ਼ਾ ਸੋਚਦਾ ਸੀ ਕਿ ਜਵਾਨੀ ਨੂੰ ਜਗਾਇਆ ਕਿਵੇਂ ਜਾਵੇ ਪੰਜਾਬ 'ਚ। ਅੱਜ ਮੈਨੂੰ ਇਸ ਗੱਲ ਦਾ ਮਾਣ ਹੈ ਤੇ ਮੈਨੂੰ ਸਾਰੇ ਜਵਾਨ ਮੁੰਡੇ, ਜਵਾਨੀ ਲੋਕ ਕਹਿੰਦੇ ਹੈ ਕਿ ਭਾਜੀ ਜੇ ਤੁਸੀਂ ਨਾ ਬੋਲਦੇ ਤਾਂ ਸ਼ਾਇਦ ਸਾਡੀਆਂ ਅੱਖਾਂ ਨਾ ਖੁੱਲਦੀਆਂ, ਅਸੀਂ ਤਖਤ ਤੋਂ ਤਾਜ 'ਤੇ ਜਾ ਕੇ ਬੈਠ ਕੇ ਆਪਣੀ ਹੱਕ ਦੀ ਲੜਾਈ ਨਹੀਂ ਸੀ ਲੜ ਸਕਦੇ। ਜਿਸ ਕੌਮ ਦੀ ਜਵਾਨੀ ਜਾਗ ਗਈ ਹੈ ਤੇ ਰਿਸਪੌਂਸਿਬਲ ਹੋ ਗਈ ਹੈ, ਮੈਨੂੰ ਰੋਜ਼ ਬੰਦੇ ਆਉਂਦੇ ਆ, 200-200 500 ਮੁੰਡੇ ਆ ਕੇ ਮਿਲਦੇ ਆ, ਮੈਨੂੰ ਇੱਕੋ ਗੱਲ ਕਹਿਣਾ, ਤੁਹਾਡੇ 'ਤੇ ਜ਼ਿੰਮੇਵਾਰੀ ਹੈ। ਤਾਂ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਜਵਾਨ ਤਬਕਾ ਹੁਣ ਸ਼ੁਰੂ ਹੋਇਆ ਹੈ, ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਦੀਆਂ ਪੱਗਾਂ ਤੇ ਪੰਜਾਬ ਦੀ ਇੱਜ਼ਤ ਦਾ ਖਿਆਲ ਕਰਨਾ ਸ਼ੁਰੂ ਕੀਤਾ, ਜ਼ਰੂਰ ਨਵਾਂ ਲੀਡਰ ਵੀ ਕੋਈ ਉੱਭਰ ਕੇ ਵਿੱਚੋਂ ਆਏਗਾ ਤੇ ਨਵੀਂ ਲੀਡਰਸ਼ਿਪ ਵੀ ਜ਼ਰੂਰ ਆਏਗੀ। ਜੀ, ਆਖਰੀ ਸਵਾਲ ਮੈਂ ਤੁਹਾਡੇ ਤੋਂ ਲੈਣਾ ਚਾਹਾਂਗਾ, ਤੁਸੀਂ ਕਿਸ ਤਰ੍ਹਾਂ ਸੋਚ ਰੱਖਦੇ ਹੋ ਕਿ ਜੋ ਅੰਦੋਲਨ ਪੰਜਾਬ ਤੋਂ ਇਹ ਸ਼ੁਰੂ ਹੋਇਆ ਹੈ, ਇਹ ਕਿਸ ਤਰ੍ਹਾਂ, ਜਿਵੇਂ ਕਿ ਹਾਲਾਂਕਿ ਮੈਂ ਉਸ ਵੇ 'ਚ ਤੁਹਾਨੂੰ ਸਵਾਲ ਨਹੀਂ ਕਰ ਰਿਹਾ, ਸਚਿਨ ਉਹਨਾਂ ਨੇ ਟਵੀਟ ਕੀਤੇ ਨੇ, ਹੋਰਾਂ ਨੇ ਕੀਤੇ ਨੇ, ਕਿਸੇ ਨੇ ਐਮੀਕੇਬਲ ਹੱਲ ਕਿਹਾ, ਯੁਵਰਾਜ ਉਹਨਾਂ ਨੇ ਟਵੀਟ ਕੀਤਾ, ਉਹਨਾਂ ਨੇ ਪੀਸਫੁਲ ਹੱਲ ਦੀ ਉਮੀਦ ਰੱਖੀ ਹੈ। ਚਾਹ ਹਾਲਾਂਕਿ ਗੱਲ ਵਿੱਚ ਵਿਚਾਲੜੀ ਹੈ, ਨਾ ਇੱਧਰ ਲੱਗਦੀ ਹੈ ਨਾ ਉੱਧਰ ਲੱਗਦੀ ਹੈ। ਮੈਂ ਹੱਲ ਵੱਲ ਜਾਣਾ ਚਾਹੁੰਦਾ। ਤੁਹਾਨੂੰ ਲੱਗਦਾ ਕਿ ਕਿਸ ਤਰ੍ਹਾਂ ਦਾ ਹੱਲ ਹੋ ਸਕਦਾ ਹੈ, ਹੋਣਾ ਚਾਹੀਦਾ ਹੈ, ਜਾਂ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਹੱਲ ਹੋਣ ਦੀ ਉਮੀਦ ਲੱਗ ਰਹੀ ਹੈ? ਕਿਉਂਕਿ ਆਪਾਂ ਹੁਣ ਬੈਠੇ ਤਾਂ ਇਸ ਵਾਸਤੇ ਆ, ਭਾਵੇਂ ਅਸੀਂ ਸੰਘਰਸ਼ਸ਼ੀਲ ਕੌਮ ਆ, ਅਸੀਂ ਨਿੱਤ ਜੰਮਿਆਂ ਨੂੰ ਮੁਹਿੰਮਾਂ ਨੇ, ਪਰ ਅਸੀਂ ਇੰਨਾ ਚਿਰ ਵੀ 2.5 ਮਹੀਨੇ ਬੈਠਿਆਂ ਨੂੰ ਹੋ ਗਏ, ਬਜ਼ੁਰਗ, ਮਾਤਾਵਾਂ, ਬੱਚੇ, 150 ਬੰਦਾ ਉੱਪਰ ਮਰ ਚੁੱਕਾ ਹੈ। ਕਈ ਬੰਦੇ ਹੁਣ ਜੇਲ੍ਹਾਂ 'ਚ ਬੈਠੇ ਨੇ, ਇੱਕ ਨੌਜਵਾਨ ਲੜਕੀ ਵਿਚਾਰੀ ਚੁੱਕ ਲਈ ਹੈ, ਹਾਲਾਂਕਿ ਥੋੜਾ ਰੈਫਰੈਂਸ ਵਾਲਾ ਕੇਸ ਸੀ ਉਹਦਾ। ਸੋ ਕਿੰਨਾ ਕੁਝ ਹੋ ਚੁੱਕਾ, ਕਿੰਨਾ ਚਿਰ ਚੱਲਾਂਗੇ ਆਪਾਂ ਨੁਕਸਾਨ ਹੋਰ ਹੋਣ ਤੋਂ ਬਚਣ ਵਾਸਤੇ? ਤੁਸੀਂ ਕੋਈ ਨਿੱਜੀ ਤੌਰ ਦੇ ਉੱਤੇ ਰਾਏ, ਮਸ਼ਵਰਾ ਰੱਖਦੇ ਹੋ ਕਿ ਇਸ ਤਰ੍ਹਾਂ ਦਾ ਹੱਲ ਜਿਹੜਾ ਹੈਗਾ ਹੋ ਜਾਣਾ ਚਾਹੀਦਾ ਹੈ ਜਾਂ ਹੋਏਗਾ? ਆਖਰੀ ਸਵਾਲ ਮੇਰਾ। 1909 ਦੇ ਵਿੱਚ ਐਸਾ ਹੀ ਇੱਕ ਅੰਦੋਲਨ ਹੋਇਆ ਸੀ ਜਦ ਅੰਗਰੇਜ਼ਾਂ ਦਾ ਰਾਜ ਸੀ, ਤੇ ਤੁਸੀਂ ਹਿਸਟਰੀ ਤੋਂ ਵਾਕਫ ਹੋ। ਔਰ ਭਗਤ ਸਿੰਘ ਦੇ ਚਾਚਾ ਜੀ ਨੇ, ਸਰਦਾਰ ਅਜੀਤ ਸਿੰਘ ਜੀ ਨੇ, ਸਰਦਾਰ ਆਪਣਾ ਉਹਨਾਂ ਦੇ ਫਾਦਰ ਉਹਨਾਂ ਨੇ, ਔਰ ਕਿਸ਼ਨ ਸਿੰਘ ਜੀ ਨੇ ਉਹਨਾਂ ਦੇ ਫਾਦਰ ਸਾਹਿਬ। ਉਹ ਅੰਦੋਲਨ 6 ਮਹੀਨੇ ਚੱਲਿਆ, ਔਰ ਉਸ ਅੰਦੋਲਨ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਟ੍ਰੇਨਾਂ ਦੇ ਉੱਤੇ ਬੰਦੇ ਪੈ ਗਏ, ਗੋਰਿਆਂ ਨੇ ਟ੍ਰੇਨਾਂ ਚਲਾਤੀਆਂ, ਬੰਦੇ ਕੱਟ ਗਏ, ਬਹੁਤ ਕੁਝ ਹੋਇਆ। ਪਗੜੀ ਸੰਭਾਲ ਜੱਟਾਂ ਵਾਲੀ ਗੱਲ ਜਿਹੜੀ ਹੁਣ ਤੁਸੀਂ ਕਹੀ ਹੈ, ਅਤੇ ਉਹ ਅਖੀਰ 'ਚ ਗੋਰਿਆਂ ਨੂੰ, ਅੰਗਰੇਜ਼ਾਂ ਨੂੰ ਉਹ ਜਿਹੜੇ ਬਿੱਲ ਸੀ ਵਾਪਸ ਲੈਣੇ ਪਏ। ਉਹ ਹੂ ਬਹੂ ਇਹੀ ਬਿੱਲ ਸੀ। ਪ੍ਰਾਈਵੇਟ ਸੈਕਟਰ ਨੇ ਯੂਰਪ ਦੇ ਵਿੱਚ ਟਰਾਈ ਕੀਤੀ ਕਿ ਜੀ ਪ੍ਰਾਈਵੇਟੇਸ਼ਨ ਕਰਕੇ ਕਿਸਾਨਾਂ ਦਾ ਹੱਲ ਕੀਤਾ ਜਾਏ, ਉਹ ਫੇਲ ਹੋ ਗਿਆ ਸਿਸਟਮ। ਉਹਨਾਂ ਨੇ ਵਾਪਸ ਲੈ ਲਿਆ ਕਿਸਾਨਾਂ ਨੂੰ, ਉਹਨੇ ਸ਼ੀਲਡ ਕੀਤਾ, ਉਹਨਾਂ ਦੀਆਂ ਫਸਲਾਂ ਵੀ ਇੰਸ਼ੋਰਡ ਕੀਤੀਆਂ, ਤੁਹਾਨੂੰ ਸਾਰਾ ਪਤਾ।
ਔਰ ਇਹ ਅੰਦੋਲਨ ਜੀ ਤੁਸੀਂ ਗੱਲ ਕੀਤੀ ਹੈ, ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਕਿ ਅਨੰਦਪੁਰ ਸਾਹਿਬ ਦੀ ਲੜਾਈ ਤੋਂ ਤੁਸੀਂ ਵਾਕਿਫ ਹੋਵੋਗੇ। ਜਦ 10 ਲੱਖ ਦਾ ਫੌਜ ਦਾ ਘੇਰਾ ਸੀ, ਗੁਰੂ ਸਾਹਿਬ ਆਪਣੇ ਪਰਿਵਾਰ ਨਾਲ ਸਿੰਘਾਂ ਨਾਲ ਉਹ ਲੜਾਈ ਲੜ ਰਹੇ ਸੀ। ਫਿਰ 3 ਮਹੀਨੇ ਬਾਅਦ ਉਹਨਾਂ ਨੇ ਹੋਛੇ ਕਾਂਡ ਕਰਨੇ ਸ਼ੁਰੂ ਕਰਤੇ, ਜਿਵੇਂ ਕਿ ਦਿੱਲੀ ਬਾਰਡਰ ਤੇ ਹੋ ਰਿਹਾ। ਝੂਠੀਆਂ ਸੌਹਾਂ ਖਾਧੀਆਂ, ਹਾਂ, ਝੂਠੀਆਂ ਸੌਹਾਂ ਖਾਧੀਆਂ ਹੈ ਜੀ। ਕੁਰਾਨ ਸ਼ਰੀਫ ਦੀਆਂ ਝੂਠੀਆਂ ਸੌਹਾਂ ਖਾਧੀਆਂ ਤੇ ਉੱਥੇ ਸਪਲਾਈ ਖਾਣ ਪੀਣ ਦੀ ਬੰਦ ਕਰਤੀ। ਉੱਥੇ ਵੱਡੇ ਵੱਡੇ ਜਿਹੇ ਪੱਥਰ ਲਾ ਤੇ ਫਲਾਨਾ ਕਰਤਾ ਤੇ ਅੰਦਰ ਸਿੱਖ ਜਿਹੜੇ ਸੀਗੇ, ਸਿੰਘ ਸੀ, ਗੁਰੂ ਸਾਹਿਬ 6 ਮਹੀਨੇ ਨਾ ਪਾਣੀ। ਔਰ ਸੁਣਨ 'ਚ ਆਇਆ ਹਿਸਟਰੀ, ਜੇ ਪੜ੍ਹੋ ਤਾਂ ਉਹ 'ਚ ਪਤਾ ਲੱਗਦਾ ਕਿ ਪੱਤੇ ਉਬਾਲ ਕੇ ਸਿੰਘ ਪੀਂਦੇ ਰਹੇ। ਲੇਕਿਨ ਗੁਰੂ ਸਾਹਿਬ ਨੇ ਗੁਰਬਾਣੀ ਨਾਲ ਇੰਨਾ ਜੋੜਿਆ ਸੀ, ਨਿਰੰਕਾਰ ਪਿਤਾ ਨਾਲ ਇੰਨਾ ਜੋੜ ਕੇ ਸਿੱਖਾਂ ਨੂੰ ਰੱਖਿਆ ਸੀ ਕਿ ਉਹਨਾਂ ਦੇ ਵਿੱਚ ਤਾਕਤ ਜਿਹੜੀ ਸੀ ਉਹ ਅਕਾਲ ਪੁਰਖ ਤੋਂ ਆ ਰਹੀ ਸੀ। ਉਸ ਲੜਾਈ ਦੇ ਵਿੱਚ ਅਕਾਲ ਪੁਰਖ ਆਪ ਖੜਾ ਸੀ। 1909 ਦੇ ਅੰਦੋਲਨ ਦੇ ਵਿੱਚ ਅਕਾਲ ਪੁਰਖ ਆਪ ਖੜਾ ਸੀ ਤਾਂ ਬਿੱਲ ਵਾਪਸ ਹੈ। ਅੱਜ ਵੀ ਦਿੱਲੀ ਦੇ ਬਾਰਡਰਾਂ ਤੇ ਸੱਚਖੰਡ ਬਣਿਆ ਹੋਇਆ, ਉੱਥੇ ਅਕਾਲ ਪੁਰਖ ਆਪ ਖੜਾ ਹੈ। ਔਰ ਜਦ ਜ਼ੁਲਮ ਦੀ ਇੰਤਹਾ ਹੋ ਜਾਏ, ਜਦ ਝੂਠ ਤੇ ਸੱਚ ਦੀ ਲੜਾਈ ਦੇ ਵਿੱਚ ਝੂਠ ਸੱਚ ਨੂੰ ਕੁਚਲਣ ਲੱਗ ਜਾਏ, ਉਦੋਂ ਨਿਰੰਕਾਰ ਆਪ ਖੜ ਜਾਂਦਾ ਹੈ। ਔਰ ਤੁਸੀਂ ਦੇਖੋ ਧਿਆਨ ਨਾਲ, ਉੱਥੇ 10 ਗੁਰੂ ਪੀਰ ਪੈਗੰਬਰ ਰਿਸ਼ੀ ਮੁਨੀ ਸਭ ਨਿਰੰਕਾਰ ਨਾਲ ਖੜ ਕੇ ਉੱਥੇ ਇਸ ਅੰਦੋਲਨ ਦੇ ਵਿੱਚ ਖੜੇ ਹੈ। ਇਸ ਕਰਕੇ 2 ਮਹੀਨੇ ਦੀ ਤੁਸੀਂ ਗੱਲ ਕੀਤੀ ਹੈ। ਮੈਂ ਕਹਿੰਦਾ ਆਪਣੇ ਹੱਕਾਂ ਪਿੱਛੇ ਤਾਂ ਕਈ ਵਾਰੀ ਸਦੀਆਂ ਲੱਗ ਜਾਂਦੀਆਂ ਨੇ ਤੇ ਉਹ ਕੌਮ ਹੈ, ਮੈਨੂੰ ਉਮੀਦ ਹੈ ਕਿ ਬੱਚਾ ਜਿਹੜਾ ਹੈ ਉਹ ਅੱਜ ਇਹ ਆਵਾਜ਼ ਉਠਾ ਰਿਹਾ ਕਿ ਸਾਨੂੰ ਹੱਕ ਚਾਹੀਦੇ ਆ। ਹੋ ਸਕਦਾ 2 ਮਹੀਨੇ ਹੋਰ ਲੱਗ ਜਾਣ, 3 ਮਹੀਨੇ ਹੋਰ ਲੱਗ ਜਾਣ, 6 ਮਹੀਨੇ ਹੋਰ ਲੱਗ ਜਾਣ, ਪਰ ਮੈਂ ਜ਼ਰੂਰ ਕਹੂੰਗਾ ਕਿ ਹੱਕ ਸੱਚ ਦੀ ਲੜਾਈ ਹੈ, ਕੋਈ ਝੂਠ ਦੀ ਲੜਾਈ ਨਹੀਂ। ਹੱਕ ਲੈਣ ਗਏ ਆ, ਬੇਸ਼ੱਕ ਸਾਲ ਲੱਗ ਜੇ। ਮੈਂ ਦੇਖਣਾ ਚਾਹੁੰਦਾ ਕਿ ਤੁਸੀਂ ਕਿੰਨਾ ਇਹਨਾਂ ਨੂੰ ਉਡੀਕ ਕਰਾ ਸਕਦੇ ਹੋ ਤੇ ਇਹ ਕਿੰਨੀ ਉਡੀਕ ਹੋ ਸਕਦੀ ਹੈ। ਗੁਰੂ ਮਹਾਰਾਜ ਇਮਤਿਹਾਨ ਲੈ ਰਿਹਾ, ਪਰ ਮੈਨੂੰ ਉਮੀਦ ਹੈ ਕੋਈ ਵੀ ਕੰਮ ਜਿਹੜਾ ਹੈ, ਜ਼ਫਰਨਾਮਾ ਜਦ ਚਿੱਠੀ ਲਿਖੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਉਸ ਤੋਂ ਬਾਅਦ ਉਹ ਬਿਮਾਰ ਹੋ ਗਿਆ ਤੇ ਮਰ ਗਿਆ ਔਰੰਗਜ਼ੇਬ। ਹਰ ਗੱਲ ਦਾ ਹੱਲ ਤਾਂ ਗੱਲਬਾਤ ਦੇ ਨਾਲ ਹੀ ਹੋਣਾ ਚਾਹੀਦਾ, ਹੋਣਾ ਉਹੀ ਹੋਊਗਾ। ਜੇ ਅੱਜ ਬਿੱਲਾਂ ਦੀ ਗੱਲ ਹੋਊਗੀ, ਬਿੱਲ ਵਾਪਸ ਹੋਣਗੇ, ਫਿਰ ਵੀ ਲਿਖਤ ਪੜਤ ਹੋਊਗੀ, ਗੱਲ ਤਾਂ ਟੇਬਲ ਤੇ ਮੁੱਕਣੀ ਹੈ। ਪਰ ਜੇ ਗੱਲ ਆਪਾਂ ਆਪਦੇ ਬੰਦਿਆਂ ਨੂੰ ਮਾਰ ਕੇ ਮੁਕਾਉਣੀ ਹੈ ਤਾਂ ਮੈਂ ਸਮਝਦਾ ਉਹ ਕੋਈ ਅਕਲਮੰਦੀ ਨਹੀਂ। ਗੋਰਿਆਂ ਨਾਲ ਆਪਾਂ ਲੜਦੇ ਸੀ, ਉਹ ਬਾਹਰਲੇ ਸੀ। ਮੁਸਲਮਾਨਾਂ ਨਾਲ ਆਪਾਂ ਲੜਦੇ ਸੀ, ਉਹ ਬਾਹਰਲੇ ਸੀ। ਇਹ ਤਾਂ ਘਰ ਦੀ ਲੜਾਈ ਹੈ ਤੇ ਕਈ ਵਾਰੀ ਘਰ ਦੀ ਲੜਾਈ ਲੰਬੀ ਵੀ ਹੋ ਜਾਂਦੀ, ਫਿਰ ਕੀ ਹੋ ਗਿਆ। ਸਰ, ਯੋਗਰਾਜ ਸਿੰਘ ਉਹਨਾਂ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ ਨੇ। ਇਸ ਗੱਲਾਂ 'ਚੋਂ ਮੁੱਕਦੀ ਗੱਲ ਇਹ ਨਿਕਲਦੀ ਹੈ ਕਿ ਹੁਕਮਰਾਨ ਜੋ ਹੈ, ਸ਼ਾਸਕ ਹੈ ਜੋ, ਉਸਨੂੰ ਉਸ ਦਾ ਤਾਜ ਮੁਬਾਰਕ, ਪਰ ਉਹ ਜ਼ਫਰਨਾਮੇ ਦਾ ਇੰਤਜ਼ਾਰ ਨਾ ਕਰੇ, ਜ਼ਫਰਨਾਮੇ ਦੀ ਨੌਬਤ ਨਾ ਆਉਣ ਦੇਵੇ। ਇਹ ਇਸ਼ਾਰਾ ਜਿਹੜਾ ਹੈਗਾ ਬਹੁਤ ਡੂੰਘਾ ਹੈ, ਬੜਾ ਇਤਿਹਾਸਕ ਹੈ, ਪਰੰਪਰਾ 'ਚੋਂ ਨਿਕਲਿਆ ਹੋਇਆ ਇਸ਼ਾਰਾ ਹੈ ਤੇ ਮੇਰੇ ਖਿਆਲ 'ਚ ਇਸ਼ਾਰਾ ਸਮਝਣ ਵਾਲੇ ਨੂੰ ਸਮਝ ਆ ਜਾਣਾ ਚਾਹੀਦਾ ਹੈ। ਬਾਕੀ ਕਿਸਾਨਾਂ ਦੀ ਫਤਿਹ, ਕਿਸਾਨ ਅੰਦੋਲਨ ਦੀ ਫਤਿਹ ਜਿਹੜੀ ਹੈਗੀ ਹੈ ਉਹ ਮਾਲਕ ਨੂੰ ਪ੍ਰਵਾਨ ਹੈ। ਜੋ ਚੀਜ਼ ਮਾਲਕ ਨੂੰ ਪ੍ਰਵਾਨ ਹੈ ਉਹ ਤਾਂ ਹੋ ਕੇ ਰਹਿੰਦੀ ਹੁੰਦੀ ਹੈ। ਬਹੁਤ ਮਿਹਰਬਾਨੀ ਸਰ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।